ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸੋਰਠ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 20 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 21 ਨੰਬਰ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਜੋ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 650 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹਉਮੈ ਵਿੱਚ ਸਭ ਪੜ ਥਕੇ, ਦੂਜੈ ਭਾਏ ਖੁਆਰ। ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਪੜਨਾ ਗੁੜਨਾ ਦਾ ਮਤਲਬ ਪੜਨਾ ਔਰ ਵਿਚਾਰਨਾ। ਗੁੜਨਾ ਦਾ ਮਤਲਬ ਵਿਚਾਰ ਕਰਨੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੜਨਾ ਔਰ ਵਿਚਾਰਨਾ ਇਹ ਵੀ ਸੰਸਾਰ ਦਾ ਹੀ ਇੱਕ ਕੰਮ ਬਣ ਕੇ ਰਹਿ ਗਿਆ। ਕਿਉਂ? ਅੰਦਰ ਤ੍ਰਿਸ਼ਨਾ ਵਿਕਾਰ, ਹੋਰ ਵਿਹਾਰਾਂ ਵਾਂਗ ਇਹ ਵੀ ਇੱਕ ਵਿਹਾਰ ਬਣ ਕੇ ਰਹਿ ਗਿਆ। ਕਿਉਂਕਿ ਪੜਨ ਔਰ ਗੁੜਨ ਵਿਚਾਰਨ ਵਾਲੇ ਦੇ ਅੰਦਰ ਜੇਕਰ ਤ੍ਰਿਸ਼ਨਾ ਔਰ ਵਿਕਾਰ ਨੇ, ਇੱਥੇ ਪੜਨ ਦਾ ਖੰਡਨ ਨਹੀਂ ਕੀਤਾ ਜਾ ਰਿਹਾ। ਇਹ ਖਾਸ ਖਿਆਲ ਰੱਖਣੀ ਹੈ। ਗੱਲ ਇਹ ਹੈ ਕਿ ਜੇ ਅੰਦਰ ਤ੍ਰਿਸ਼ਨਾ ਹੈ ਔਰ ਅੰਦਰ ਵਿਕਾਰ ਹੈ, ਅੰਦਰ ਖੋਟ ਨੇ, ਬੇਈਮਾਨੀ ਹੈ, ਚੋਰੀ ਹੈ, ਠੱਗੀ ਹੈ, ਤ੍ਰਿਸ਼ਨਾ ਹੈ, ਔਰ ਬੰਦਾ ਕੁਝ ਪੜ ਔਰ ਵਿਚਾਰ ਰਿਹਾ ਹੈ, ਤਾਂ ਇਹ ਪੜਨਾ ਔਰ ਵਿਚਾਰਨਾ ਵੀ ਇੱਕ ਦੁਨੀਆ ਵਾਲੀ ਕਾਰ ਬਣ ਕੇ ਰਹਿ ਜਾਏਗੀ, ਜੰਜਾਲ ਬਣ ਕੇ ਰਹਿ ਜਾਏਗਾ, ਬੰਧਨ ਬਣ ਜਾਏਗਾ। ਕਿਵੇਂ? ਇਸ ਚੀਜ਼ ਨੂੰ ਅਸੀਂ ਥੋੜਾ ਜਿਹਾ ਵਿਚਾਰਨ ਦਾ ਯਤਨ ਕਰੀਏ, ਜਿਸ ਕਰਕੇ ਸਾਨੂੰ ਇਹ ਚੀਜ਼ ਸਮਝ ਵਿੱਚ ਪੈ ਜਾਏ। ਮਿਸਾਲ ਵਜੋਂ ਜੇ ਅਸੀਂ ਧਾਰਮਿਕ ਦੁਨੀਆ ਦੀ ਗੱਲ ਕਰੀਏ, ਤਾਂ ਧਾਰਮਿਕ ਦੁਨੀਆ ਦੇ ਅੰਦਰ ਕਿਤਨੇ ਸਾਰੇ ਲੋਕ ਨੇ ਜੋ ਪੜ ਰਹੇ ਨੇ ਧਰਮ ਗ੍ਰੰਥਾਂ ਨੂੰ ਔਰ ਵਿਚਾਰ ਵੀ ਰਹੇ ਨੇ, ਔਰ ਪੜ ਕੇ ਵਿਚਾਰ ਕੇ ਅੱਗੇ ਲੋਕਾਂ ਨੂੰ ਸੁਣਾ ਵੀ ਰਹੇ ਨੇ, ਜਿਨ੍ਹਾਂ ਦੇ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ। ਹੁਣ ਧਰਮ ਗ੍ਰੰਥਾਂ ਨੂੰ ਪੜਨ ਵਾਲੇ ਦੇ ਅੰਦਰ ਜੇਕਰ ਤ੍ਰਿਸ਼ਨਾ ਵੀ ਟਿਕੀ ਹੈ ਔਰ ਵਿਕਾਰ ਵੀ ਟਿਕੇ ਹੋਏ ਨੇ, ਤੇ ਤ੍ਰਿਸ਼ਨਾ ਨੂੰ ਔਰ ਵਿਕਾਰਾਂ ਨੂੰ ਬੇਸ ਬਣਾ ਕੇ ਧਰਮ ਗ੍ਰੰਥਾਂ ਨੂੰ ਪੜ ਰਿਹਾ ਹੈ, ਵਿਚਾਰ ਰਿਹਾ ਹੈ, ਤਾਂ ਉਹਦੇ ਵਾਸਤੇ ਇਹ ਵੀ ਇੱਕ ਜੰਜਾਲ ਹੀ ਬਣ ਜਾਏਗਾ। ਇਹ ਵੀ ਇੱਕ ਦੁਨਿਆਵੀ ਕਾਰ ਬਣ ਜਾਏਗੀ। ਇਹ ਵੀ ਇੱਕ ਦੁਨੀਆ ਦਾ ਧੰਦਾ ਬਣ ਕੇ ਰਹਿ ਜਾਏਗਾ। ਇਸ ਲਈ ਅੱਜ ਬਹੁ ਗਿਣਤੀ ਲੋਕਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ। ਉਹਦੇ ਨਾਲ ਆਤਮਿਕ ਵਿਕਾਸ ਨਹੀਂ ਹੋਇਆ, ਉਹਦੇ ਨਾਲ ਇਨਸਾਨੀਅਤ ਆਪਣੇ ਅੰਦਰ ਪੈਦਾ ਨਹੀਂ ਹੋਈ, ਜਿਨ੍ਹਾਂ ਦੇ ਅੰਦਰ ਵੀ ਤ੍ਰਿਸ਼ਨਾ ਔਰ ਵਿਕਾਰ ਟਿਕਿਆ ਹੋਇਆ ਹੈ। ਜੇ ਅਸੀਂ ਦੁਨਿਆਵੀ ਪੜ੍ਹਾਈ ਦੀ ਗੱਲ ਕਰੀਏ, ਤਾਂ ਇਸ ਦੁਨੀਆ ਦੇ ਅੰਦਰ ਕਿਤਨੇ ਸਾਰੇ ਪੜ੍ਹੇ ਲਿਖੇ ਲੋਕ ਨੇ, ਔਰ ਦੁਨਿਆਵੀ ਪੜ੍ਹਾਈ ਕਿੰਨੀ ਜ਼ਰੂਰੀ ਹੈ ਅੱਜ ਦੇ ਯੁੱਗ ਦੇ ਅੰਦਰ, ਇਹ ਅਸੀਂ ਸਾਰੇ ਸਮਝ ਸਕਦੇ ਹਾਂ। ਇਹਦੀ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ ਹੈ। ਲੇਕਿਨ ਜਦੋਂ ਇਸ ਦੁਨੀਆ ਵੱਲ ਇੱਕ ਝਾਤ ਮਾਰਦੇ ਹਾਂ, ਤਾਂ ਸਾਡੀ ਇਸ ਦੁਨੀਆ ਦੇ ਅੰਦਰ ਰਿਸ਼ਵਤਖੋਰੀ ਹੈ, ਇਹਦੇ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਬਹੁ ਗਿਣਤੀ ਲੋਕ ਰਿਸ਼ਵਤ ਲੈ ਔਰ ਦੇ ਰਹੇ ਨੇ। ਹੁਣ ਰਿਸ਼ਵਤ ਕੌਣ ਲੈ ਰਿਹਾ ਹੈ? ਉਹ ਇਨਸਾਨ ਰਿਸ਼ਵਤ ਲੈ ਰਿਹਾ ਹੈ ਜਿਸਨੇ ਪੜ੍ਹਾਈ ਕੀਤੀ ਹੈ, ਤਾਂ ਹੀ ਉਹ ਕਿਸੇ ਪਦਵੀ ਤੱਕ ਪਹੁੰਚਿਆ। ਅਨਪੜ੍ਹ ਬੰਦਾ ਤਾਂ ਕਿਸੇ ਪਦਵੀ ਤੇ ਪਹੁੰਚ ਨਹੀਂ ਨਾ ਸਕਦਾ। ਤਾਂ ਇਹਦਾ ਮਤਲਬ ਉਹਦੇ ਅੰਦਰ ਵਿਕਾਰ ਹੈ ਰਿਸ਼ਵਤ ਦਾ, ਉਹਦੇ ਅੰਦਰ ਵਿਕਾਰ ਹੈ ਤ੍ਰਿਸ਼ਨਾ ਦਾ। ਤਾਂ ਫਿਰ ਇੱਕ ਧੰਦਾ ਬਣ ਕੇ ਰਹਿ ਗਿਆ ਨਾ। ਫਿਰ ਉਸ ਵਿਦਿਆ ਨੇ ਵਿਕਾਸ ਨਹੀਂ ਕੀਤਾ, ਸਗੋਂ ਉਸ ਵਿਦਿਆਵਾਨ ਨੇ ਉਸ ਵਿਦਿਆ ਨੂੰ ਗਲਤ ਯੂਜ਼ ਕੀਤਾ ਹੈ। ਅਸੀਂ ਦੇਖਦੇ ਹਾਂ, ਜੇ ਕੋਈ ਬੰਬ ਧਮਾਕੇ ਕਰ ਰਿਹਾ ਹੈ, ਤਾਂ ਇੱਕ ਅਨਪੜ੍ਹ ਬੰਦਾ ਜਿਹੜਾ ਮੇਰੇ ਵਰਗਾ ਹੈ, ਉਹਨੂੰ ਤਾਂ ਪਤਾ ਨਹੀਂ ਕਿ ਕੈਮੀਕਲ ਕਿਹੜਾ ਕਿਹੜਾ, ਕਿੰਨੀ ਕਿੰਨੀ ਮਿਕਦਾਰ ਵਿੱਚ ਕਿਵੇਂ ਕਿਵੇਂ ਮਿਲਾਣਾ ਹੈ। ਤਾਂ ਇਹਦਾ ਮਤਲਬ ਜੇ ਕੋਈ ਪੜ੍ਹਿਆ ਲਿਖਿਆ ਬੰਦਾ ਆਪਣੇ ਗਿਆਨ ਨੂੰ ਇਸ ਵਾਸਤੇ ਯੂਜ਼ ਕਰ ਰਿਹਾ, ਤੇ ਫਿਰ ਮਾੜਾ ਹੋਇਆ ਨਾ, ਧੰਦਾ ਹੀ ਹੋਇਆ ਨਾ। ਜਿੰਨੇ ਲੋਕ ਡੁਪਲੀਕੇਟ ਦਵਾਈਆਂ ਵੇਚ ਰਹੇ ਨੇ, ਜਾਂ ਸਿੰਥੈਟਿਕ ਦੁੱਧ, ਸਿੰਥੈਟਿਕ ਖੋਇਆ ਵਗੈਰਾ ਬਣਾ ਰਹੇ ਨੇ, ਜਾਂ ਹੋਰ ਐਸੇ ਕਰਮ ਕਰ ਰਹੇ ਨੇ, ਉਹ ਸਾਰੇ ਦੇ ਸਾਰੇ ਕਰੀਬ ਕਰੀਬ ਪੜ੍ਹੇ ਹੋਏ ਲੋਕ ਨੇ। ਉਹਨਾਂ ਦੇ ਕੋਲ ਪੜ੍ਹਾਈ ਹੈ, ਵਿਦਿਆ ਹੈ, ਲੇਕਿਨ ਉਹ ਵਿਦਿਆ ਨੂੰ ਗਲਤ ਯੂਜ਼ ਕਰ ਰਹੇ ਨੇ। ਤਾਂ ਜੇ ਚਾਹੇ ਉਹ ਧਾਰਮਿਕ ਪੜ੍ਹਾਈ ਹੈ, ਧਰਮ ਗ੍ਰੰਥਾਂ ਦਾ ਪਠਨ ਪਾਠਨ ਹੈ, ਜਾਂ ਦੁਨੀਆ ਦੀ ਦੁਨਿਆਵੀ ਪੜ੍ਹਾਈ ਹੈ,
ਜੇਕਰ ਬੰਦੇ ਦੇ ਅੰਦਰ ਤ੍ਰਿਸ਼ਨਾ ਔਰ ਵਿਕਾਰ ਖਤਮ ਨਹੀਂ ਹੋਏ ਤਾਂ ਪੜ੍ਹਨਾ ਔਰ ਵਿਚਾਰਨਾ ਵੀ ਇੱਕ ਧੰਦਾ ਬਣ ਕੇ ਰਹਿ ਜਾਏਗਾ, ਇੱਕ ਜੰਜਾਲ ਬਣ ਕੇ ਰਹਿ ਜਾਏਗਾ, ਪੈਰਾਂ ਦੀ ਬੰਧਨ ਬਣ ਕੇ ਰਹਿ ਜਾਏਗਾ। ਬੰਧਨ ਕਿਉਂ ਬਣੇਗਾ? ਕਿਉਂਕਿ ਉਹ ਆਤਮਿਕ ਵਿਕਾਸ ਵਿੱਚ ਰੋੜਾ ਬਣੇਗਾ। ਐਸੇ ਲੋਕ ਚਾਹੇ ਧਾਰਮਿਕ ਨੇ ਜਾਂ ਆਮ ਦੁਨੀਆ ਵਿੱਚ ਵਿਚਰ ਰਹੇ ਨੇ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਔਰ ਵਿਕਾਰ ਹੈ ਔਰ ਆਪਣੀ ਵਿਦਿਆ ਨੂੰ ਵਿਕਾਰਾਂ ਵਾਸਤੇ, ਤ੍ਰਿਸ਼ਨਾ ਵਾਸਤੇ ਵਰਤ ਰਹੇ ਨੇ, ਤਾਂ ਉਹ ਸੰਸਾਰ ਵਾਸਤੇ ਖਤਰਨਾਕ ਹੀ ਨੇ, ਸੰਸਾਰ ਦੇ ਅੰਦਰ ਦੁਖਾਂਤ ਪੈਦਾ ਕਰ ਰਹੇ ਨੇ ਔਰ ਉਹਨਾਂ ਦੀ ਉਸ ਵਿਦਿਆ ਨੇ ਉਹਨਾਂ ਦੇ ਅੰਦਰ ਇਨਸਾਨੀਅਤ ਪੈਦਾ ਨਹੀਂ ਕੀਤੀ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਨੇ ਜੋ ਵਿਦਿਆ ਬਾਰੇ ਆਪਣੇ ਵਿਚਾਰ ਦਿੱਤੇ ਨਾ ਪਾਵਨ ਬਾਣੀ ਵਿੱਚ, ਮੈਂ ਉਹ ਆਪ ਦੇ ਨਾਲ ਸਾਂਝੇ ਕਰਦੇ ਹਾਂ, ਜਿਸ ਕਰਕੇ ਗੱਲ ਹੋਰ ਸਪਸ਼ਟ ਹੋ ਜਾਏ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਤੁਹਾਡਾ ਪੜਿਆ ਔਰ ਵਿਚਾਰਿਆ ਤਾਂ ਸਫਲਾ ਹੈ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ। ਪੜਨ ਦਾ ਤਾਂ ਲਾਭ ਸੀ ਜੇਕਰ ਅੰਦਰੋਂ ਸੈਲਫਿਸ਼ਨੈਸ ਖਤਮ ਹੁੰਦੀ, ਮੋਹ ਖਤਮ ਹੁੰਦਾ, ਤਾਂ ਉਸ ਵਿਦਿਆ ਦਾ ਲਾਭ ਹੋਇਆ ਨਾ, ਕਿ ਵਿਦਿਆਵਾਨ ਦੇ ਅੰਦਰ ਪਿਆਰ ਪੈਦਾ ਹੋਇਆ, ਉਹਨੇ ਇਸ ਸੰਸਾਰ ਦੇ ਅੰਦਰ ਪਿਆਰ ਵੰਡਿਆ, ਪਿਆਰ ਵਾਲੀ ਜ਼ਿੰਦਗੀ ਪੈਦਾ ਕੀਤੀ। ਵਿਦਿਆ ਪੜ੍ਹਨੀ ਇਸ ਕਰਕੇ ਸੀ ਕਿ ਸਾਡੀ ਜ਼ਿੰਦਗੀ ਦੇ ਅੰਦਰ ਸ੍ਰੇਸ਼ਟ ਮਤ ਪੈਦਾ ਹੁੰਦੀ ਔਰ ਬੰਦਾ ਜ਼ਿੰਦਗੀ ਦੇ ਸਹੀ ਫੈਸਲੇ ਲੈਂਦਾ, ਕਾਮਨ ਸੈਂਸ ਪੈਦਾ ਹੁੰਦੀ। ਵਿਦਿਆ ਪੜ੍ਹਨ ਦਾ ਲਾਭ ਮਤਲਬ ਲਾਭਦਾਇਕ ਤਾਂ ਹੈ, ਵਿਦਿਆ ਪੜ੍ਹਨ ਦਾ ਮਕਸਦ ਇਹ ਹੋਣਾ ਚਾਹੀਦਾ ਸੀ ਕਿ ਬੰਦੇ ਦੀ ਜ਼ਿੰਦਗੀ ਦੇ ਅੰਦਰ ਇਨਸਾਨੀਅਤ ਪੈਦਾ ਹੁੰਦੀ, ਅੰਦਰੋਂ ਸੈਲਫਿਸ਼ਨੈਸ ਖਤਮ ਹੁੰਦੀ, ਤ੍ਰਿਸ਼ਨਾ ਮੁਕਦੀ, ਮੇਰ ਤੇਰ ਦੇ ਵਿਤਕਰੇ ਮੁਕਦੇ, ਆਪਣੇ ਪਰਾਏ ਦੇ ਵਿਤਕਰੇ ਮੁਕਦੇ। ਫਿਰ ਵਿਦਿਆ ਦਾ ਮਕਸਦ ਇਹ ਹੋਣਾ ਚਾਹੀਦਾ ਸੀ। ਤੇ ਜੇ ਵਿਦਿਆ ਦਾ ਮਕਸਦ ਇਹ ਨਹੀਂ ਹੈ, ਧਰਮ ਗ੍ਰੰਥ ਪਠਨ ਪਾਠਨ ਦਾ ਮਕਸਦ ਇਹ ਨਹੀਂ ਹੈ, ਤਾਂ ਫਿਰ ਅੰਦਰ ਇਨਸਾਨੀਅਤ ਪੈਦਾ ਨਹੀਂ ਹੋਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਪੜ੍ਹਨਾ ਔਰ ਵਿਚਾਰਨਾ ਵੀ ਸੰਸਾਰ ਦਾ ਕੰਮ ਹੀ ਹੋ ਗਿਆ ਹੈ। ਹੋਰ ਵਿਹਾਰਾਂ ਵਾਂਗ ਇਹ ਵੀ ਇੱਕ ਵਿਹਾਰ ਬਣ ਕੇ ਰਹਿ ਗਿਆ ਹੈ, ਕਿਉਂਕਿ ਹਿਰਦੇ ਦੇ ਅੰਦਰ ਤ੍ਰਿਸ਼ਨਾ ਔਰ ਵਿਕਾਰ ਟਿਕੇ ਹੋਏ ਨੇ। ਤੇ ਜੇ ਅੰਦਰ ਤ੍ਰਿਸ਼ਨਾ ਔਰ ਵਿਕਾਰ ਟਿਕੇ ਹੋਏ ਨੇ ਤਾਂ ਇਹ ਵੀ ਇੱਕ ਧੰਦਾ ਬਣ ਕੇ ਰਹਿ ਜਾਏਗਾ, ਇਸ ਤੋਂ ਜ਼ਿਆਦਾ ਨਹੀਂ ਹੈ। ਇਹ ਵੀ ਤੁਹਾਡੇ ਅੰਦਰ ਆਤਮਿਕ ਗਿਆਨ, ਆਤਮਿਕ ਚਾਨਣਾ, ਆਤਮਿਕ ਜੀਵਨ, ਇਨਸਾਨੀਅਤ ਪੈਦਾ ਨਹੀਂ ਕਰੇਗੀ। ਇਸੇ ਲਈ ਗੁਰਬਾਣੀ ਦੇ ਅੰਦਰ ਥਾਂ ਥਾਂ ਤੇ ਕਿਹਾ ਹੈ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ। ਇਸ ਲਈ ਕਬੀਰ ਜੀ ਕਹਿ ਰਹੇ ਨੇ, ਕਿਆ ਪੜੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ, ਪੜੇ ਲਿਖੇ ਕੇ ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਇਸ ਲਈ ਗੁਰਬਾਣੀ ਨੂੰ ਅਸਾਂ ਪੜ੍ਹਨਾ ਹੈ, ਪੜ੍ਹ ਕੇ ਅਮਲ ਕਰਨਾ ਹੈ, ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਨਾ ਹੈ। ਔਰ ਜੋ ਸਕੂਲ ਦੇ ਅੰਦਰ ਵਿਦਿਆ ਪੜ੍ਹਾਈ ਜਾ ਰਹੀ ਹੈ, ਜੋ ਆਮ ਜਨਤਾ ਪੜ੍ਹੀ ਲਿਖੀ ਹੈ, ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਚੰਗੀ, ਸੱਚੀ, ਸੁੱਚੀ ਇਨਸਾਨੀਅਤ ਵਾਲੀ ਜ਼ਿੰਦਗੀ ਜੀਣ, ਆਪਣੀ ਵਿਦਿਆ ਨੂੰ, ਆਪਣੇ ਗਿਆਨ ਨੂੰ ਸਹੀ ਯੂਜ਼ ਕਰਨ, ਜਿਸ ਕਰਕੇ ਇਹ ਸੰਸਾਰ ਸਵਰਗ ਹੋ ਸਕੇ। ਹਉਮੈ ਵਿੱਚ ਸਭ ਪੜ ਥੱਕੇ, ਦੂਜੇ ਭਾਏ ਖੁਆਰ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਬੜੇ ਵੱਡੇ ਪੰਡਿਤ ਵਿਦਵਾਨ ਅਹੰਕਾਰ ਦੇ ਅੰਦਰ ਪੜ ਪੜ ਕੇ ਥੱਕ ਗਏ ਨੇ ਤੇ ਮਾਇਆ ਦੇ ਮੋਹ ਵਿੱਚ ਖੁਆਰ ਹੋ ਰਹੇ ਨੇ। ਦੂਜੇ ਭਾਏ ਖੁਆਰ, ਦੂਜੇ ਭਾਏ ਦਾ ਮਤਲਬ ਦੂਜਾ ਭਾ, ਸੱਚ ਨੂੰ ਛੱਡ ਕੇ ਕਿਸੇ ਹੋਰ ਅਵਗੁਣਾਂ ਦਾ ਪਿਆਰ, ਰੱਬ ਦੇ ਗੁਣਾਂ ਨੂੰ ਛੱਡ ਕੇ ਅਵਗੁਣਾਂ ਦਾ ਪਿਆਰ, ਜਾਂ ਮਾਇਆ ਦਾ ਪਿਆਰ, ਜੋ ਮਾਇਆ ਵਾਲੀ ਸੋਚ ਹੈ, ਜਿੱਥੇ ਸੈਲਫਿਸ਼ਨੈਸ ਹੈ, ਜਿੱਥੇ ਮੇਰ ਤੇਰ ਦੇ ਵਿਤਕਰੇ ਨੇ, ਜਿੱਥੇ ਬੰਦਾ ਕਥਨੀ ਔਰ ਕਰਨੀ ਦਾ ਪੂਰਾ ਨਹੀਂ, ਇਸ ਸੋਚ ਦੇ ਅੰਦਰ ਲੋਕ ਖੁਆਰ ਹੋ ਰਹੇ ਨੇ। ਧਰਮ ਗ੍ਰੰਥਾਂ ਨੂੰ ਪੜ੍ਹ ਵੀ ਰਹੇ ਨੇ, ਉਸ ਪੜ੍ਹਨ ਦਾ ਅਹੰਕਾਰ ਕਰ ਰਹੇ ਨੇ, ਲੇਕਿਨ ਅੰਦਰ ਦੂਜਾ ਭਾਵ ਟਿਕਿਆ ਹੋਇਆ ਹੈ, ਤਾਂ ਲੋਕ ਖੁਆਰ ਹੋ ਰਹੇ ਨੇ। ਚਾਹੇ ਉਹ ਧਾਰਮਿਕ ਪੜ੍ਹਾਈ ਹੈ, ਚਾਹੇ ਉਹ ਦੁਨਿਆਵੀ ਪੜ੍ਹਾਈ ਹੈ, ਪੜ੍ਹੇ ਲਿਖੇ ਲੋਕ ਵੀ ਖੁਆਰ ਹੋ ਰਹੇ ਨੇ। ਔਰ ਇਹ ਹਕੀਕਤ ਹੈ। ਦੇਖੋ, ਦੋ ਅਨਪੜ੍ਹ ਲੋਕ ਲੜ ਰਹੇ ਨੇ। ਮੇਰੇ ਘਰ ਦੇ ਵਿੱਚ ਕਲੇਸ਼ ਹੈ ਕਿਉਂਕਿ ਅਸੀਂ ਦੋਵੇਂ ਜੀ ਅਨਪੜ੍ਹ ਹਾਂ, ਅਸੀਂ ਲੜ ਰਹੇ ਹਾਂ। ਤਾਂ ਗੱਲ ਸਮਝ ਪੈਂਦੀ, ਯਾਰ ਇਹ ਅਨਪੜ੍ਹ ਨੇ, ਇਹਨਾਂ ਨੂੰ ਸਮਝ ਨਹੀਂ, ਬੇਸਮਝ ਨੇ ਤਾਂ। ਲੇਕਿਨ ਇੱਥੇ ਦੇ ਪੜ੍ਹੇ ਲਿਖੇ ਲੜ ਰਹੇ ਨੇ, ਪੜ੍ਹਿਆਂ ਲਿਖਿਆਂ ਦੀਆਂ ਤਲਾਕਾਂ ਹੋ ਰਹੀਆਂ ਨੇ, ਮਾਸਟਰ ਡਿਗਰੀਆਂ ਜਿਨ੍ਹਾਂ ਦੇ ਕੋਲ, ਉਹਨਾਂ ਦੀਆਂ ਤਲਾਕਾਂ ਹੋ ਰਹੀਆਂ ਨੇ। ਇਹ ਤਾਂ ਦੁਨਿਆਵੀ ਪੜ੍ਹਾਈ ਦਾ ਵੀ ਇੱਥੇ ਹਾਲ ਹੈ ਨਾ, ਬਹੁਤਿਆਂ ਦਾ, ਸਾਰਿਆਂ ਦੀ ਗੱਲ ਨਹੀਂ। ਦੂਜੇ ਪਾਸੇ ਧਾਰਮਿਕ ਦੁਨੀਆ ਹੈ,
ਇੱਕ ਤੇ ਉਹਨੇ ਜੋ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੀ ਨਹੀਂ, ਹਿੰਦੂ ਮੁਸਲਮਾਨ ਸਿੱਖ ਈਸਾਈ ਜੋ ਵੀ ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹਦੇ ਹੀ ਨਹੀਂ, ਮੰਨ ਲਓ ਉਹਨਾਂ ਨੂੰ ਅਰਥ ਭਾਵਾਂ ਦਾ ਨਹੀਂ ਪਤਾ, ਲੇਕਿਨ ਇਹ ਉਹ ਲੜ ਰਹੇ ਨੇ ਤੇ ਸਮਝ ਆਉਂਦੀ ਯਾਰ ਇਹਨਾਂ ਨੇ ਨਾ ਬਾਣੀ ਜਾਂ ਧਰਮ ਗ੍ਰੰਥ ਨਹੀਂ ਪੜ੍ਹੇ ਤਾਂ ਲੜ ਰਹੇ ਨੇ। ਲੇਕਿਨ ਇੱਥੇ ਤਾਂ ਜਿਨ੍ਹਾਂ ਨੇ ਧਰਮ ਗ੍ਰੰਥ ਪੜ੍ਹੇ ਨੇ ਉਹਨਾਂ ਦੀ ਆਪਸ 'ਚ ਨਹੀਂ ਬਣਦੀ ਸੀ, ਤਾਂ ਪ੍ਰੋਬਲਮ ਹੈ ਨਾ। ਪੜ੍ਹਨ ਦਾ ਭਾਵ ਸੀ ਕਿ ਅਸੀਂ ਆਪਣੀ ਸੋਚ ਨੂੰ ਬਦਲਦੇ, ਵਿਦਿਆ ਦਾ ਮਤਲਬ ਹੀ ਇਹ ਹੈ ਕਿ ਸਾਡੀ ਸੋਚ ਬਦਲ ਜਾਏ, ਸਾਡੇ ਅੰਦਰ ਇਨਸਾਨੀਅਤ ਪੈਦਾ ਹੋ ਜਾਏ, ਪਿਆਰ ਮੁਹੱਬਤ ਪੈਦਾ ਹੋ ਜਾਏ। ਤੇ ਜੇਕਰ ਅਸੀਂ ਅਮਲ ਨਹੀਂ ਕੀਤਾ ਫਿਰ ਜ਼ਿੰਦਗੀ ਦੇ ਅੰਦਰ ਖੁਆਰੀ ਹੋਏਗੀ। ਹਉਮੈ ਵਿੱਚ ਸਭ ਪੜ੍ਹ ਥਕੇ, ਦੂਜੇ ਭਾਏ ਖੁਆਰ। ਅਹੰਕਾਰ ਵਿੱਚ ਸਾਰੇ ਪੰਡਿਤ ਵਿਦਵਾਨ ਪੜ੍ਹ ਪੜ੍ਹ ਕੇ ਥੱਕ ਗਏ ਹਨ ਔਰ ਦ્વੈਤ ਭਾਵ ਕਰਕੇ ਖੁਆਰ ਹੋ ਰਹੇ ਨੇ, ਦੁੱਖ ਉਠਾ ਰਹੇ ਨੇ। ਹੁਣ ਗੁਰੂ ਪਾਤਸ਼ਾਹ ਜੀ ਪੜ੍ਹਾਈ ਦਾ ਅਸਲ ਮਕਸਦ ਦੱਸਦੇ ਨੇ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਬੀਨਾ ਦਾ ਮਤਲਬ ਸਿਆਣਾ। ਤਾਂ ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਪੜ੍ਹਿਆ ਹੋਇਆ ਔਰ ਸਿਆਣਾ ਪੰਡਿਤ ਸਮਝਿਆ ਜਾ ਸਕਦਾ ਹੈ ਜੋ ਸਤਿਗੁਰ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ, ਚੰਗੇ ਔਰ ਮਾੜੇ ਦੀ, ਕਿ ਚੰਗਾ ਕੀ ਹੈ, ਮਾੜਾ ਕੀ ਹੈ, ਠੀਕ ਕੀ ਹੈ, ਗਲਤ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਇਨਸਾਨੀਅਤ ਕੀ ਹੈ, ਗੈਰ ਇਨਸਾਨੀਅਤ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ। ਜੋ ਗੁਰੂ ਸ਼ਬਦ ਰਾਹੀਂ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਇਹ ਵਿਚਾਰ ਕਰਦਾ ਹੈ ਔਰ ਸੱਚ ਨੂੰ ਅਪਣਾ ਲੈਂਦਾ ਹੈ, ਇੰਪਲੀਮੈਂਟ ਕਰ ਲੈਂਦਾ ਹੈ, ਉਹਨੂੰ ਅਸੀਂ ਪੜ੍ਹਿਆ ਹੋਇਆ ਵਿਦਵਾਨ ਸਮਝ ਸਕਦੇ ਹਾਂ। ਚਾਹੇ ਉਹ ਕੋਈ ਦੁਨਿਆਵੀ ਪੜ੍ਹਾਈ ਦੀ ਮਾਸਟਰ ਡਿਗਰੀ ਲੈ ਕੇ ਫਿਰ ਰਿਹਾ ਜਾਂ ਕੋਈ ਬੰਦਾ ਧਾਰਮਿਕ ਤੌਰ ਤੇ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ, ਉਹਨੂੰ ਪੜ੍ਹਿਆ ਲਿਖਿਆ ਸਿਆਣਾ ਸਮਝਿਆ ਜਾ ਸਕਦਾ ਹੈ ਜੋ ਗੁਰੂ ਸ਼ਬਦ ਰਾਹੀਂ ਵਿਚਾਰ ਕਰਦਾ ਹੈ, ਯਾਨੀ ਗਿਆਨ ਦੀ ਸਹੀ ਵਰਤੋਂ ਕਰਦਾ ਹੈ ਔਰ ਸੱਚ ਨੂੰ ਬੇਸ ਬਣਾ ਕੇ ਵਿਚਾਰ ਕਰਦਾ ਹੈ ਔਰ ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਦਾ ਹੈ। ਔਰ ਜੋ ਪੜ੍ਹ ਕੇ ਕਰਦਾ ਕੀ ਇਹ ਅੰਦਰ ਖੋਜੈ, ਤਤ ਲਹੈ ਪਾਏ ਮੋਖ ਦੁਆਰ। ਅੰਦਰ ਖੋਜੇ ਦਾ ਮਤਲਬ ਆਪਣੇ ਆਪੇ ਨੂੰ ਖੋਜਦਾ ਹੈ। ਤਤ ਲਹੈ ਦਾ ਮਤਲਬ ਅਸਲੀਅਤ ਨੂੰ ਲੱਭ ਲੈਂਦਾ ਹੈ ਕਿ ਅਸਲੀਅਤ ਕੀ ਹੈ ਔਰ ਉਸ ਸੱਚ ਨੂੰ ਅਪਣਾ ਕੇ ਪਾਏ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਪਾ ਲੈਂਦਾ। ਜੋ ਆਪਣੇ ਆਪ ਨੂੰ ਅੰਦਰੋਂ ਖੋਜਦਾ ਹੈ, ਜੋ ਤਤ ਦੀ ਵਿਚਾਰ ਕਰਦਾ ਹੈ, ਜੋ ਅਸਲੀਅਤ ਨੂੰ ਸਮਝਦਾ ਹੈ ਔਰ ਉਹ ਬੰਦਾ ਤ੍ਰਿਸ਼ਨਾ ਤੋਂ ਬਚਣ ਦਾ, ਵਿਕਾਰਾਂ ਤੋਂ ਬਚਣ ਦਾ ਰਾਹ ਲੱਭ ਲੈਂਦਾ ਹੈ, ਉਹਨੂੰ ਅਸੀਂ ਪੜ੍ਹਿਆ ਹੋਇਆ ਕਹਿ ਸਕਦੇ ਹਾਂ। ਉਹਦੀ ਪੜ੍ਹਾਈ ਸਫਲੀ ਹੈ। ਤਾਂ ਹੁਣ ਧਰਮ ਗ੍ਰੰਥ ਪੜ੍ਹ ਕੇ ਜਾਂ ਦੁਨੀਆਵੀ ਵਿਦਿਆ ਪੜ੍ਹ ਕੇ, ਗਿਆਨ ਹਾਸਲ ਕਰਕੇ ਬੰਦੇ ਨੇ ਆਪਣੇ ਆਪੇ ਨੂੰ ਖੋਜਣਾ ਸੀ ਕਿ ਮੈਂ ਕਿੱਥੇ ਖੜਾ ਹਾਂ, ਮੇਰੀ ਮੰਜ਼ਿਲ ਕੀ ਹੈ ਔਰ ਮੈਂ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚਣਾ, ਮੇਰੇ ਅੰਦਰ ਕੀ ਕੀ ਸੰਭਾਵਨਾਵਾਂ ਨੇ, ਮੈਂ ਕਿੱਥੇ ਭੁੱਲਾਂ ਕਰ ਰਿਹਾ ਹਾਂ, ਕਿਹੜੇ ਮੇਰੇ ਵਿੱਚ ਅਵਗੁਣ ਨੇ, ਕਿਹੜੇ ਮੇਰੇ ਵਿੱਚ ਗੁਣ ਨੇ, ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਕਰਕੇ ਮੈਂ ਜ਼ਿੰਦਗੀ ਵਿੱਚ ਫੇਲ ਹੋ ਰਿਹਾ ਹਾਂ, ਕਿਹੜੇ ਉਹ ਕਰਮ ਨੇ ਜੋ ਮੈਨੂੰ ਇਨਸਾਨੀਅਤ ਤੋਂ ਦੂਰ ਲੈ ਜਾ ਰਹੇ ਨੇ, ਕਿਹੜੇ ਉਹ ਕਰਮ ਨੇ ਜਿਨ੍ਹਾਂ ਦੇ ਧਾਰਨ ਕਰਨ ਨਾਲ ਮੇਰੀ ਜ਼ਿੰਦਗੀ ਵਿੱਚ ਇਨਸਾਨੀਅਤ ਪੈਦਾ ਹੋਏਗੀ, ਕਿਹੜੇ ਉਹ ਬੰਧਨ ਨੇ ਜਿਨ੍ਹਾਂ ਨੂੰ ਮੈਂ ਤੋੜ ਕੇ ਤੇ ਖੁਦ ਮੁਖਤਿਆਰੀ ਵਾਲੀ, ਮੁਕਤੀ ਵਾਲੀ ਜ਼ਿੰਦਗੀ ਹਾਸਲ ਕਰ ਸਕਦਾ ਹਾਂ, ਮੇਰੇ ਅੰਦਰ ਕਿਹੜੀਆਂ ਕਿਹੜੀਆਂ ਸੰਭਾਵਨਾਵਾਂ ਨੇ। ਸੈਲਫ ਐਨਾਲਿਸਿਸ ਕਰਨੀ ਸੀ, ਆਪਣੇ ਆਪ ਨੂੰ ਖੋਜਣਾ ਸੀ ਔਰ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਣੀ ਸੀ। ਉਹਨੂੰ ਪੜ੍ਹਿਆ ਲਿਖਿਆ ਕਿਹਾ ਜਾ ਸਕਦਾ ਹੈ। ਉਹਦਾ ਪੜ੍ਹਨਾ ਹੋਇਆ, ਉਹਦਾ ਪੜ੍ਹਨਾ ਸਫਲਾ ਹੈ, ਉਹਦਾ ਪੜ੍ਹਨਾ ਮੁਬਾਰਕ ਹੈ ਕਿਉਂਕਿ ਉਹਨੇ ਕੁਛ ਪ੍ਰਾਪਤੀ ਹਾਸਲ ਕੀਤੀ ਹੈ। ਇਸ ਲਈ ਅਸੀਂ ਵੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹ ਰਹੇ ਹਾਂ ਤਾਂ ਅਸੀਂ ਵੀ ਗੁਰਬਾਣੀ ਰਾਹੀਂ ਆਪਣੀ ਖੋਜ ਕਰਨੀ। ਆਪਣੀ ਖੋਜ ਦਾ ਮਤਲਬ ਆਪਣੇ ਆਪ ਨੂੰ ਪਰਖਣਾ ਹੈ ਕਿ ਗੁਰੂ ਸਾਹਿਬ ਜੀ ਦੀ ਜੋ ਪਾਵਨ ਸੋਚ ਹੈ, ਇਸ ਸੋਚ ਤੇ ਅਸੀਂ ਪੂਰੇ ਉਤਰਦੇ ਹਾਂ। ਸਾਡੇ ਬੋਲ, ਸਾਡਾ ਬਿਹੇਵੀਅਰ, ਸਾਡੀ ਸੋਚ, ਸਾਡਾ ਸੁਣਨਾ, ਸਾਡਾ ਵੇਖਣਾ, ਸਾਡੇ ਕਰਮ ਕੀ ਗੁਰਬਾਣੀ ਅਨੁਸਾਰ ਹੈ ਨੇ? ਜੇ ਹੈ ਨੇ ਤਾਂ ਪਾਵਨ ਬਾਣੀ ਪੜ੍ਹੀ ਹੋਈ ਮੁਬਾਰਕ ਹੋ ਗਈ, ਸਾਨੂੰ ਲਾਭ ਹੋਇਆ। ਤੇ ਜੇ ਅਸੀਂ ਗੁਰਬਾਣੀ ਅਨੁਸਾਰ ਪੂਰੇ ਨਹੀਂ ਉਤਰ ਰਹੇ ਤਾਂ ਫਿਰ ਸਾਨੂੰ ਆਪਣੀਆਂ ਗਲਤੀਆਂ ਸੁਧਾਰਨ ਦੀ ਜ਼ਰੂਰਤ ਹੈ ਔਰ ਆਪਣੇ ਆਪ ਨੂੰ ਵਿਕਾਰਾਂ ਤੋਂ ਬਾਹਰ ਲੈ ਜਾਣ ਦੀ ਜ਼ਰੂਰਤ ਹੈ,
ਮੁਕਤੀ ਹਾਸਲ ਕਰਨ ਦੀ ਲੋੜ ਹੈ। ਗੁਣ ਨਿਧਾਨ ਹਰ ਪਾਇਆ, ਸਹਿਜੇ ਸਹਿਜ ਕਰੇ ਵਿਚਾਰ। ਸਹਿਜ, ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਸਹਿਜ ਦਾ ਮਤਲਬ ਆਤਮਿਕ ਅਡੋਲਤਾ ਵਿੱਚ। ਤਾਂ ਪੜਿਆ ਹੋਇਆ ਉਹਦਾ ਸਫਲਾ ਹੈ ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ। ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਰੱਬ, ਉਹਨੂੰ ਪਾ ਲੈਂਦਾ ਹੈ। ਤੇ ਦੇਖੋ, ਇੱਕ ਬੇਨਤੀ ਮੈਂ ਰੋਜ਼ ਕਰ ਰਿਹਾ ਕਿ ਗੁਣਾਂ ਦਾ ਖਜ਼ਾਨਾ ਰੱਬ ਹਰ ਇਨਸਾਨ ਦੇ ਅੰਦਰ ਹੈ, ਮੇਰੇ ਤੁਹਾਡੇ ਸਾਰਿਆਂ ਦੇ ਵਿੱਚ ਹੈ। ਘਟ ਘਟ ਮੈਂ ਹਰ ਜੂ ਬਸੈ। ਉਹਨੂੰ ਅੰਦਰੋਂ ਪਾਣਾ ਹੈ, ਪ੍ਰਾਪਤ ਕਰਨਾ ਹੈ, ਪ੍ਰਗਟ ਕਰਨਾ ਹੈ, ਉਹਨਾਂ ਗੁਣਾਂ ਨੂੰ ਯੂਜ਼ ਕਰਨਾ ਹੈ। ਤਾਂ ਜੋ ਗੁਣਾਂ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ, ਸਹਿਜ ਕਰੇ ਵਿਚਾਰ ਔਰ ਆਤਮਿਕ ਅਡੋਲਤਾ ਦੇ ਅੰਦਰ ਟਿਕ ਕੇ ਗੁਣਾਂ ਦੀ ਵਿਚਾਰ ਕਰਦਾ ਹੈ, ਭਾਵ ਕਿ ਗੁਣਾਂ ਦੇ ਨਾਲ ਆਪਣੀ ਲਗਨ ਲਗਾਈ ਰੱਖਦਾ ਹੈ, ਆਤਮਿਕ ਅਡੋਲਤਾ ਵਿੱਚ ਟਿਕ ਕੇ। ਤੇ ਸਹਿਜ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ, ਯਾਨੀ ਬੋਲਾਂ ਵਿੱਚ ਸੱਚ, ਮਾਨਸਿਕਤਾ ਵਿੱਚ ਸੱਚ ਔਰ ਬਿਹੇਵੀਅਰ ਵਿੱਚ ਸੱਚ। ਇਹਨਾਂ ਸ਼ੁਭ ਗੁਣਾਂ ਨੂੰ ਮਨ, ਬਚਨ ਔਰ ਕਰਮ ਕਰਕੇ ਅਪਣਾ ਲੈਂਦਾ ਹੈ, ਉਹਦਾ ਪੜ੍ਹਨਾ ਸਫਲਾ ਹੈ, ਉਹਨੂੰ ਪੜ੍ਹਿਆ ਕਿਹਾ ਜਾ ਸਕਦਾ ਹੈ, ਉਹਦਾ ਪੜ੍ਹਨਾ ਸਾਰਥਕ ਹੈ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਹੈ, ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਨਾਨਕ, ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ਪ੍ਰਭੂ ਦੇ ਹੁਕਮ ਦਾ, ਗੁਣਾਂ ਦਾ ਆਸਰਾ ਮਿਲ ਜਾਂਦਾ ਹੈ, ਉਹ ਮੁਬਾਰਕ ਵਪਾਰੀ ਹੈ, ਉਹ ਧਨ ਹੈ ਵਪਾਰੀ, ਉਹ ਵਣਜਾਰਾ ਧਨ ਹੈ। ਉਹਦਾ ਜੀਵਨ ਧਨਤਾ ਦੇ ਯੋਗ ਹੈ, ਜਿਸ ਨੂੰ ਨਾਮ ਆਧਾਰ ਮਿਲ ਗਿਆ। ਸਾਚ ਨਾਮ ਆਧਾਰ ਮੇਰਾ। ਹੁਣ ਨਾਮ ਨੂੰ ਮੀਨਸ ਰੱਬੀ ਹੁਕਮ ਨੂੰ, ਰੱਬੀ ਗੁਣਾਂ ਨੂੰ ਆਧਾਰ ਬਣਾਉਣਾ ਹੈ। ਆਧਾਰ ਦਾ ਮਤਲਬ ਬੇਸ ਬਣਾਉਣਾ ਹੈ। ਸਾਡੇ ਜੀਵਨ ਦੀ ਉਸਾਰੀ ਰੱਬੀ ਹੁਕਮ ਦੇ ਉੱਤੇ ਹੋਣੀ ਚਾਹੀਦੀ ਹੈ। ਸਾਡੇ ਜੀਵਨ ਦੀ ਉਸਾਰੀ ਰੱਬੀ ਗੁਣਾਂ ਦੇ ਉੱਤੇ ਉਸਾਰੀ ਹੋਣੀ ਚਾਹੀਦੀ ਹੈ। ਸਾਡੇ ਜੀਵਨ ਦਾ ਬੇਸ, ਸਾਡੀ ਸੋਚ ਦਾ, ਬੋਲਾਂ ਦਾ, ਬਿਹੇਵੀਅਰ ਦਾ ਬੇਸ ਰੱਬੀ ਗੁਣ ਚਾਹੀਦੇ ਨੇ। ਤਾਂ ਉਹ ਵਪਾਰੀ ਧਨਤਾ ਯੋਗ ਹੈ। ਉਸ ਇਨਸਾਨ ਦਾ ਜੀਵਨ ਮੁਬਾਰਕ ਹੈ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਰੱਬੀ ਹੁਕਮ ਨੂੰ, ਰੱਬੀ ਗੁਣਾਂ ਨੂੰ, ਰੱਬੀ ਸਿਫਤ ਸਲਾਹ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ। ਇਹ ਹੈ ਪੜ੍ਹਨ ਦਾ ਮਕਸਦ। ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਮਕਸਦ ਇਹ ਹੈ। ਦੁਨਿਆਵੀ ਜੋ ਵਿਦਿਆ ਹੈ, ਪੜ੍ਹਨ ਦਾ ਮਕਸਦ ਇਹ ਹੈ ਕਿ ਐਸਾ ਇਨਸਾਨ ਪੈਦਾ ਹੋਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਦੀ ਰਹਿਮਤ ਕਰੇ ਕਿ ਅਸੀਂ ਜੋ ਗੁਰੂ ਨਾਨਕ ਨਾਮ ਲੈਵਾ ਸਿੱਖ ਹਾਂ, ਅਸੀਂ ਗੁਰਬਾਣੀ ਨੂੰ ਵਿਚਾਰ ਕੇ ਤੇ ਇਹ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਹੈ, ਇਹਨੂੰ ਦੁਨੀਆ ਤੱਕ ਪਹੁੰਚਾਈਏ, ਜਿਸ ਕਰਕੇ ਐਜੂਕੇਸ਼ਨ ਦਾ ਬੇਸ ਇਹ ਹੋ ਸਕੇ ਔਰ ਇਹ ਸੰਸਾਰ ਸਵਰਗ ਹੋ ਜਾਏ। ਮਹਿਲਾ ਤੀਜਾ, ਵਿਣ ਮਨ ਮਾਰੇ ਕੋਈ ਨਾ ਸਿਝਈ, ਵੇਖੂ ਕੋ ਲਿਵ ਲਾਏ। ਇੱਥੇ ਮਨ ਮਾਰੇ ਦਾ ਮਤਲਬ ਹੈਗਾ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਮਾਰਨਾ, ਯਾਨੀ ਮਨ ਨੂੰ ਕਾਬੂ ਵਿੱਚ ਕਰਨਾ। ਮਨ ਨੂੰ ਕਾਬੂ ਵਿੱਚ ਕਰਨਾ। ਸਿਝਈ ਦਾ ਮਤਲਬ ਹੁੰਦਾ ਹੈ ਕਾਮਯਾਬ ਹੋਣਾ। ਲਿਵ ਲਾਏ ਦਾ ਮਤਲਬ ਲਗਨ ਲਗਾ ਕੇ, ਸੋਚ ਕੇ। ਵੇਖੋ ਦਾ ਮਤਲਬ ਸੋਚ ਕੇ ਵੇਖ ਲਓ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਵੀ ਮਨੁੱਖ ਲਗਨ ਲਗਾ ਕੇ, ਸੋਚ ਕੇ, ਬਿਰਤੀ ਜੋੜ ਕੇ ਵੇਖ ਲਓ। ਵਿਣ ਮਨ ਮਾਰੇ ਕੋਈ ਨਾ ਸਿੱਝੀ, ਕਿ ਬਿਨਾਂ ਮਨ ਨੂੰ ਕਾਬੂ ਕਰਨ ਤੋਂ ਕੋਈ ਵੀ ਬੰਦਾ ਜੀਵਨ ਦੇ ਅੰਦਰ ਕਾਮਯਾਬ ਨਹੀਂ ਹੁੰਦਾ। ਜਦੋਂ ਤੱਕ ਬੰਦੇ ਦਾ ਮਨ ਕਾਬੂ ਨਹੀਂ ਹੈ ਤਾਂ ਬੰਦਾ ਜੀਵਨ ਦੇ ਅੰਦਰ ਕਾਮਯਾਬ ਨਹੀਂ ਹੋਵੇਗਾ। ਹੁਣ ਦੇਖੋ, ਅਸੀਂ ਜੇ ਆਤਮਿਕ ਜੀਵਨ ਹਾਸਲ ਕਰਨਾ ਹੈ, ਆਤਮਿਕ ਖੁਸ਼ੀ ਮੰਨਣੀ ਹੈ, ਆਤਮਿਕ ਆਨੰਦ ਮੰਨਣਾ ਹੈ, ਜੇ ਅਸੀਂ ਪ੍ਰਭੂ ਦੇ ਵਿੱਚ ਲੀਨ ਹੋਣਾ ਹੈ ਤਾਂ ਮਨ ਤਾਂ ਕਾਬੂ ਵਿੱਚ ਚਾਹੀਦਾ ਨਾ। ਜੇ ਮਨ ਵਿਕਾਰਾਂ ਵੱਲ ਜਾ ਰਿਹਾ ਹੈ, ਮਨ ਨਸ਼ਿਆਂ ਵੱਲ ਦੌੜ ਰਿਹਾ ਹੈ, ਅਸੀਂ ਝੂਠ ਬੋਲ ਰਹੇ ਹਾਂ, ਈਰਖਾ ਦਵੇਸ਼ ਵਾਲੇ ਪਾਸੇ ਮਨ ਭੱਜਾ ਫਿਰਦਾ ਹੈ, ਤਾਂ ਫਿਰ ਮੁਕਤੀ ਕਿਵੇਂ ਹਾਸਲ ਹੋਏਗੀ? ਪ੍ਰਭੂ ਦੇ ਵਿੱਚ ਲੀਨਤਾ ਕਿਵੇਂ ਹਾਸਲ ਹੋਏਗੀ? ਸੱਚ ਦੇ ਵਿੱਚ ਕਿਵੇਂ ਸਮਾਵਾਂਗੇ? ਕਿਉਂਕਿ ਮਨ ਹੀ ਨਹੀਂ ਨਾ ਟਿਕਿਆ ਹੋਇਆ। ਇਸ ਲਈ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਕਾਬੂ ਕਰਨਾ ਹੈ।
ਜੇ ਅਸੀਂ ਦੁਨਿਆਵੀ ਗੱਲ ਕਰੀਏ, ਮੰਨ ਲਓ ਕੋਈ ਬੱਚਾ ਸਕੂਲ ਦੇ ਅੰਦਰ ਫਸਟ ਪੋਜੀਸ਼ਨ ਲੈਣਾ ਚਾਹੁੰਦਾ ਹੈ, ਤਾਂ ਹੀ ਲੈ ਸਕੇਗਾ ਨਾ ਜੇ ਉਹਦਾ ਮਨ ਕਾਬੂ ਵਿੱਚ ਹੈ। ਤੇ ਜੇ ਉਹ ਕਦੇ WhatsApp ਤੇ Facebook ਤੇ ਕਦੇ ਫਿਲਮਾਂ ਦੇਖਣ ਵੱਲ ਦੌੜਿਆ ਫਿਰਦਾ ਹੈ, ਤਾਂ ਉਹ ਕਿਵੇਂ ਬੱਚਾ ਕਾਮਯਾਬ ਹੋਏਗਾ। ਇਸੇ ਤਰ੍ਹਾਂ ਤੁਸੀਂ ਕੋਈ ਦੁਕਾਨ ਵਪਾਰ ਕਰਨਾ ਚਾਹੁੰਦੇ ਹੋ ਤੇ ਤੁਹਾਡਾ ਮਨ ਉਸ ਦੁਕਾਨ ਵਪਾਰ ਨੂੰ ਛੱਡ ਕੇ ਹੋਰ ਪਾਸੇ ਦੌੜਿਆ ਫਿਰਦਾ ਹੈ, ਤਾਂ ਕਿਵੇਂ ਕਾਮਯਾਬ ਹੋਵੋਗੇ? ਕਿਉਂਕਿ ਮਨ ਹੀ ਨਿਸ਼ਾਨੇ ਤੇ ਨਹੀਂ ਹੈ, ਕਿ ਕੋਈ ਨਿਸ਼ਾਨਾ ਹੀ ਨਹੀਂ ਹੈ। ਇਸ ਲਈ ਜ਼ਰੂਰਤ ਹੈ ਕਿ ਆਪਣੇ ਮਨ ਨੂੰ ਕਾਬੂ ਦੇ ਅੰਦਰ ਰੱਖਿਆ ਜਾਏ, ਕੰਟਰੋਲ ਵਿੱਚ ਰੱਖਿਆ ਜਾਏ, ਵਿਕਾਰਾਂ ਵੱਲ ਦੌੜਨ ਤੋਂ ਰੋਕਿਆ ਜਾਏ, ਤਾਂ ਹੀ ਕਾਮਯਾਬੀ ਮਿਲੇਗੀ। ਤਾਂ ਗੁਰੂ ਜੀ ਕਹਿੰਦੇ ਨੇ, ਤੁਸੀਂ ਕੋਈ ਵੀ ਮਨੁੱਖ ਬਿਰਤੀ ਜੋੜ ਕੇ ਵੇਖ ਲਓ ਕਿ ਮਨ ਨੂੰ ਕਾਬੂ ਕਰਨ ਤੋਂ ਬਿਨਾ ਕਦੇ ਵੀ ਕਿਸੇ ਨੂੰ ਸਫਲਤਾ ਨਹੀਂ ਮਿਲੀ। ਭੇਖ ਧਾਰੀ ਤੀਰਥੀ ਭਵ ਥੱਕੇ, ਨਾ ਇਹ ਮਨ ਮਾਰਿਆ ਜਾਏ। ਭੇਖ ਧਾਰੀ ਦਾ ਮਤਲਬ ਭੇਖ ਧਾਰਨ ਕਰਨ ਵਾਲੇ। ਤੀਰਥੀ ਦਾ ਮਤਲਬ ਤੀਰਥਾਂ ਤੇ, ਇਹਨੂੰ ਤੀਰਥੀ ਨਹੀਂ ਪੜਨਾ ਬਿੰਦੀ ਲਾ ਕੇ, ਤੀਰਥੀ ਦਾ ਮਤਲਬ ਤੀਰਥਾਂ ਤੇ। ਭਵ ਥੱਕੇ ਦਾ ਮਤਲਬ ਭੌਂ ਕੇ ਥੱਕ ਗਏ, ਯਾਤਰਾ ਕਰ ਕਰਕੇ ਥੱਕ ਗਏ। ਭੇਖ ਕਰਨ ਵਾਲੇ ਸਾਧੂ ਭੇਖ ਕਰ ਕਰਕੇ, ਤੀਰਥਾਂ ਦੀ ਯਾਤਰਾ ਕਰ ਕਰਕੇ ਥੱਕ ਗਏ, ਹਾਰ ਗਏ। ਨਾ ਇਹ ਮਨ ਮਾਰਿਆ ਜਾਏ। ਇਹ ਮਨ ਐਵੇਂ ਨਹੀਂ ਮਰਦਾ, ਐਵੇਂ ਕਾਬੂ ਨਹੀਂ ਹੁੰਦਾ। ਜੇ ਕੋਈ ਬੰਦਾ ਚਾਹੇ ਕਿ ਮੈਂ ਬਾਹਰੀ ਭੇਖ ਬਣਾ ਲਵਾਂ, ਧਾਰਮਿਕ ਪਹਿਨਾਵਾ ਪਹਿਨ ਲਵਾਂ, ਤਾਂ ਕੇਵਲ ਧਾਰਮਿਕ ਪਹਿਨਾਵਾ ਪਹਿਨਣ ਦੇ ਨਾਲ ਮਨ ਨਹੀਂ ਕਾਬੂ ਹੁੰਦਾ। ਜੇ ਕੋਈ ਬੰਦਾ ਕਹੇ ਕਿ ਮੈਂ ਤੀਰਥਾਂ ਤੇ ਨਹਾਵਾਂ ਤੇ ਤੀਰਥਾਂ ਤੇ ਟੁਬਕੀਆਂ ਲਾਹਣ ਦੇ ਨਾਲ ਮੇਰਾ ਮਨ ਵਿਕਾਰਾਂ ਤੋਂ ਹਟ ਜਾਏ, ਐਵੇਂ ਕਦੇ ਵੀ ਨਹੀਂ ਹੁੰਦਾ। ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਚਿੱਟੇ ਜਿਨ ਕੇ ਕੱਪੜੇ ਮੈਲੇ ਚਿਤ ਕਠੋਰ ਦਿਓ। ਜੇ ਬਾਹਰੋਂ ਤਾਂ ਪਹਿਨਾਵਾ ਬਹੁਤ ਸਫੇਦ ਔਰ ਚਿੱਟਾ ਹੈ, ਪਰ ਅੰਦਰੋਂ ਮਨ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭੇਖ ਧਾਰਨ ਕਰਨ ਨਾਲ, ਤੀਰਥਾਂ ਤੇ ਨਹਾਉਣ ਦੇ ਨਾਲ ਕਦੇ ਵੀ ਮਨ ਕਾਬੂ ਨਹੀਂ ਹੁੰਦਾ। ਸਵਾਲ ਪੈਦਾ ਹੁੰਦਾ ਹੈ ਕਿ ਮਨ ਕਾਬੂ ਕਿਵੇਂ ਆਵੇ, ਤਰੀਕਾ ਕੀ ਹੈ, ਮੈਥਡ ਕੀ ਹੈ, ਰਾਹ ਕਿਹੜਾ ਹੈ? ਤਾਂ ਗੁਰੂ ਜੀ ਕਹਿੰਦੇ ਹਨ, ਇਹ ਗੁਰਮੁਖ ਇਹ ਮਨ ਜੀਵਤ ਮਰੈ, ਸੱਚ ਰਹਿ ਲਿਵ ਲਾਏ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ, ਗੁਰੂ ਦੇ ਸਨਮੁਖ ਹੋ ਕੇ। ਜੇ ਗੁਰੂ ਦੇ ਚਰਨਾਂ ਦੀ ਸ਼ਰਨ ਲਈ ਜਾਏ, ਆਪਣੀ ਮੱਤ ਛੱਡ ਕੇ ਜੇ ਗੁਰੂ ਦੀ ਮੱਤ ਦੇ ਧਾਰਨੀ ਹੋਇਆ ਜਾਏ, ਇਹ ਮਨ ਜੀਵਤ ਮਰੈ, ਤਾਂ ਉਹਦਾ ਜਿਹੜਾ ਮਨ ਹੈ ਜਿਉਂਦਾ ਹੀ ਮੋਇਆ ਹੋਇਆ ਹੈ। ਭਾਵ ਕਿ ਮਾਇਆ ਦੇ ਵਿੱਚ ਵਿਚਰਦਿਆਂ ਹੀ ਮਾਇਆ ਤੋਂ ਉਹ ਨਿਰਲੇਪ ਰਹਿੰਦਾ ਹੈ, ਸੰਸਾਰ ਤੋਂ, ਔਰ ਉਹ ਸੱਚ ਦੇ ਅੰਦਰ ਬਿਰਤੀ ਜੋੜੀ ਰੱਖਦਾ ਹੈ। ਗੁਰਮੁਖ ਇਹ ਮਨ ਜੀਵਤ ਮਰੈ, ਸੱਚ ਰਹਿ ਲਿਵ ਲਾਏ। ਸਤਿਗੁਰ ਦੇ ਸਨਮੁਖ ਹੋਇਆਂ ਮਨੁੱਖ ਸੱਚ ਦੇ ਅੰਦਰ ਆਪਣੀ ਬਿਰਤੀ ਜੋੜੀ ਰੱਖਦਾ ਹੈ, ਸੱਚ ਦੇ ਅੰਦਰ ਲਗਨ ਲਾਈ ਰੱਖਦਾ ਹੈ, ਔਰ ਉਹਦਾ ਜਿਹੜਾ ਮਨ ਹੈ ਉਹ ਕਾਬੂ ਵਿੱਚ ਆ ਜਾਂਦਾ ਹੈ। ਜੀਵਤ ਭਾਵ ਤੋਂ ਉਹ ਮਰ ਜਾਂਦਾ ਹੈ, ਆਪਣੀ ਈਗੋ ਨੂੰ ਉਹ ਤਿਆਗ ਦਿੰਦਾ ਹੈ। ਤਾਂ ਅਸੀਂ ਐਵੇਂ ਕਹਿ ਸਕਦੇ ਹਾਂ ਕਿ ਜਿਸਨੇ ਆਪਣੇ ਮਨ ਨੂੰ ਕਾਬੂ ਵਿੱਚ ਕਰਨਾ ਹੈ, ਉਹਦੇ ਵਾਸਤੇ ਇੱਕ ਹੀ ਨਿਯਮ ਹੈ ਕਿ ਉਹ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹੇ, ਗੁਰਬਾਣੀ ਵਿਚਾਰੇ ਔਰ ਗੁਰਬਾਣੀ ਤੇ ਅਮਲ ਕਰੇ। ਯਾਨੀ ਗੁਰੂ ਦੇ ਗਿਆਨ ਦੀ ਰਾਹੀਂ ਸੱਚ ਦੇ ਅੰਦਰ ਜੇ ਲਿਵ ਲਾ ਲੈ, ਤਾਂ ਮਨ ਜਿਹੜਾ ਹੈ ਕਾਬੂ ਆ ਜਾਏਗਾ। ਆਪਣਾ ਏਮ, ਆਪਣਾ ਗੋਲ ਸਚਿਆਰਤਾ ਨੂੰ ਬਣਾ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ। ਅਗਲੀ ਪੰਕਤੀ ਵਿੱਚ ਹੋਰ ਸਪਸ਼ਟ ਕਰ ਰਹੇ ਨੇ ਕਿ ਹੇ ਨਾਨਕ, ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ। ਕਿਵੇਂ ਉਤਰਦੀ ਹੈ? ਹਉਮੈ ਸ਼ਬਦ ਜਲਾਏ। ਸ਼ਬਦ ਦੇ ਦੱਦੇ ਨਾਲ ਸਿਹਾਰੀ ਹੈ, ਜਿਹਦਾ ਮਤਲਬ ਸ਼ਬਦ ਰਾਹੀਂ, ਗਿਆਨ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ। ਹਉਮੈ ਜਲਾਏ ਦਾ ਮਤਲਬ ਆਪਣੀ ਹਉਮੈ ਨੂੰ ਸਾੜ ਦੋ। ਜੇ ਗੁਰੂ ਦੇ ਗਿਆਨ ਰਾਹੀਂ ਆਪਣੀ ਹਉਮੈ ਨੂੰ ਸਾੜ ਦਿੱਤਾ ਜਾਏ, ਤਾਂ ਇਸ ਮਨ ਦੀ ਮੈਲ ਉਤਰ ਜਾਂਦੀ ਹੈ। ਦੇਖੋ ਕਿੰਨਾ ਸੌਖਾ ਸਾਧਨ ਦੱਸ ਰਹੇ ਨੇ। ਗੁਰੂ ਗਿਆਨ ਰਾਹੀਂ ਆਪਣੀ ਹਉਮੈ ਨੂੰ ਸਾੜਨਾ। ਹੁਣ ਹਉਮੈ ਨੂੰ ਸਾੜਨ ਦਾ ਮਤਲਬ ਕੀ ਹੈ? ਸਿੰਪਲ ਗੱਲ ਹੈ,
ਕਿ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਅਪਣਾ ਲੈਣਾ, ਆਪਣੀ ਸੀਮਤ ਸੋਚ ਨੂੰ ਛੱਡ ਕੇ ਗੁਰੂ ਦੀ ਵਿਸ਼ਾਲ ਸੋਚ ਨੂੰ ਅਪਣਾ ਲੈਣਾ। ਜੋ ਗੁਰੂ ਗਿਆਨ ਰਾਹੀਂ ਜ਼ਿੰਦਗੀ ਜੀਵੇਗਾ ਉਹਨੂੰ ਅਸਲੀਅਤ ਦੀ ਸਮਝ ਆ ਜਾਏਗੀ। ਤਾਂ ਜਦੋਂ ਅਸਲੀਅਤ ਦੀ ਸਮਝ ਆਏਗੀ ਫਿਰ ਉਸ ਬੰਦੇ ਦੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਵੀ ਨਹੀਂ ਰਹੇਗਾ ਔਰ ਉਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਵੀ ਨਹੀਂ ਰਹੇਗਾ। ਉਹ ਬੰਦਾ ਅਭਿਮਾਨੀ ਨਹੀਂ ਹੋਵੇਗਾ, ਉਹ ਬੰਦਾ ਸਵਾਭਿਮਾਨੀ ਹੋਵੇਗਾ। ਅਭਿਮਾਨ ਔਰ ਸਵਾਭਿਮਾਨ 'ਚ ਫਰਕ ਹੈ। ਅਭਿਮਾਨ ਕਹਿੰਦੇ ਨੇ ਕਿ ਮੈਂ ਹੀ ਚੰਗੇ ਕੰਮ ਕਰਦਾ ਹਾਂ, ਤੇ ਸਵਾਭਿਮਾਨੀ ਉਹ ਹੈ ਜੋ ਕਹਿੰਦਾ ਹੈ ਮੈਂ ਚੰਗੇ ਕੰਮ ਕਰਦਾ ਹਾਂ। ਬਸ ਇੰਨਾ ਫਰਕ ਹੁੰਦਾ ਹੈ। ਸਵਾਭਿਮਾਨੀ ਕਹਿ ਰਿਹਾ ਹੈ ਕਿ ਮੈਂ ਚੰਗੇ ਕੰਮ ਕਰਦਾ ਹਾਂ, ਮੈਂ ਸੱਚ ਬੋਲਦਾ ਹਾਂ, ਪਿਆਰ ਦੇ ਨਾਲ ਰਹਿੰਦਾ ਹਾਂ, ਔਰ ਇਹ ਗੱਲ ਕਹਿਣੀ ਕਰਨੀ ਹਰ ਇੱਕ ਦਾ ਹੱਕ ਹੈ, ਹਰ ਇੱਕ ਦਾ ਫਰਜ਼ ਹੈ। ਪਰ ਜਿਹੜਾ ਅਭਿਮਾਨੀ ਹੈ ਉਹ ਕਹਿੰਦਾ ਸਿਰਫ ਮੈਂ ਹੀ ਚੰਗੇ ਕੰਮ ਕਰਦਾ, ਹੋਰ ਨਹੀਂ ਕੋਈ, ਮੈਂ ਹੀ ਸਿਆਣਾ ਹਾਂ, ਹੋਰ ਨਹੀਂ ਕੋਈ ਕਰ ਸਕਦਾ ਮੇਰੇ ਵਰਗਾ ਕੰਮ। ਇਹ ਅਭਿਮਾਨ ਹੈ ਤੇ ਮੈਂ ਚੰਗੇ ਕੰਮ ਕਰਦਾ ਹਾਂ, ਇਹ ਸਵਾਭਿਮਾਨ। ਤਾਂ ਬੰਦੇ ਦੇ ਅੰਦਰੋਂ ਹੰਕਾਰ ਚਲਾ ਜਾਏਗਾ ਜੇਕਰ ਉਹ ਗੁਰੂ ਦੇ ਸ਼ਬਦ ਨੂੰ ਅਪਣਾਏਗਾ, ਗੁਰੂ ਦੇ ਉਪਦੇਸ਼ ਨੂੰ ਅਪਣਾਏਗਾ। ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵਹੁ ਇੱਕ ਕਿਨਕਾ। ਕਿਨਕਾ ਦਾ ਮਤਲਬ ਕਿਣਕਾ, ਥੋੜਾ ਜਿਹਾ। ਹਰ ਨਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ। ਹਰ ਹਰ ਸੰਤ ਦਾ ਮਤਲਬ ਰੱਬ ਦੇ ਪਿਆਰਿਓ। ਮਿਲੋ ਮੇਰੇ ਭਾਈ ਦਾ ਮਤਲਬ ਹੈ ਮੇਰੇ ਭਰਾਵੋ ਮਿਲੋ। ਹੇ ਮੇਰੇ ਭਰਾਵੋ, ਹੇ ਪ੍ਰਭੂ ਦੇ ਪਿਆਰਿਓ, ਮੈਨੂੰ ਮਿਲੋ ਤੇ ਕਿਣਕਾ ਮਾਤਰ ਪ੍ਰਭੂ ਦੀ ਸਿਫਤ ਸਲਾਹ ਮੈਨੂੰ ਵੀ ਦ੍ਰਿੜ ਕਰਾ ਦਿਓ। ਦ੍ਰਿੜਾਵੋ ਦਾ ਮਤਲਬ ਦ੍ਰਿੜ ਕਰਾ ਦਿਓ, ਮੇਰਾ ਵੀ ਵਿਸ਼ਵਾਸ ਬਣਦਾ ਹੈ, ਮੇਰੇ ਅੰਦਰ ਵੀ ਇਹ ਚੀਜ਼ ਪੱਕੀ ਕਰਾ ਦਿਓ, ਮੇਰਾ ਵੀ ਵਿਸ਼ਵਾਸ ਬਣਾ ਦਿਓ, ਮੈਨੂੰ ਹੀ ਰੱਬ ਦੀ ਸਿਫਤ ਸਲਾਹ ਦੇ ਨਾਲ ਜੋੜੋ। ਹੁਣ ਇਹ ਸਾਨੂੰ ਜ਼ਿੰਦਗੀ ਜੀਣ ਲਈ ਕੀ ਮਿਲ ਰਿਹਾ ਹੈ ਕਿ ਜੋ ਰੱਬੀ ਗੁਣਾਂ ਦੇ ਧਾਰਨੀ ਨੇ, ਜੋ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਹੇ ਨੇ, ਅਸੀਂ ਉਹਨਾਂ ਦੇ ਨਾਲ ਮਿਲੀਏ। ਤੇ ਜਦੋਂ ਉਹਨਾਂ ਨਾਲ ਮਿਲੀਏ ਜਾਂ ਅਸੀਂ ਆਪਸ ਦੇ ਵਿੱਚ ਮਿਲੀਏ ਤਾਂ ਸਾਡੀ ਇੱਕ ਦੂਜੇ ਅੱਗੋਂ ਮੰਗ ਜਾਂ ਸਵਾਲ ਜਾਂ ਬੋਲ ਚਾਲ ਕੀ ਹੋਵੇ, ਉਹਦਾ ਬੇਸ ਕੀ ਹੋਵੇ ਕਿ ਯਾਰ ਮੈਨੂੰ ਰੱਬੀ ਗੁਣਾਂ ਦੇ ਨਾਲ ਜੁੜਨ ਦਾ ਕੋਈ ਤਰੀਕਾ ਦੱਸ, ਮੈਨੂੰ ਇਹ ਤਰੀਕਾ ਦੱਸੋ ਕਿ ਮੈਂ ਸੱਚ ਬੋਲ ਸਕਾਂ, ਮੈਂ ਦਇਆ ਕਰ ਸਕਾਂ, ਮੈਨੂੰ ਇਹੋ ਜਿਹਾ ਤਰੀਕਾ ਦੱਸੋ ਜਿਸ ਕਰਕੇ ਮੇਰੀ ਜ਼ਿੰਦਗੀ ਦੇ ਅੰਦਰ ਇਨਸਾਨੀਅਤ ਪੈਦਾ ਹੋ ਜਾਏ, ਮੈਨੂੰ ਕੋਈ ਐਸਾ ਢੰਗ ਦੱਸੋ ਕਿ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਸਕਾਂ। ਹੁਣ ਇਹ ਸਵਾਲ ਮੈਂ ਤੁਹਾਡੇ ਤੋਂ ਪੁੱਛਾਂ ਤੇ ਤੁਸੀਂ ਮੈਨੂੰ ਦੱਸੋ, ਤੇ ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛੋ ਤੇ ਮੈਂ ਤੁਹਾਨੂੰ ਦੱਸਾਂ। ਮੀਨਸ ਕਿ ਸਾਡਾ ਜੋ ਆਪਸੀ ਮਿਲਵਰਤਨ ਹੈ, ਜੇ ਉਹਦਾ ਬੇਸ ਇਹ ਬਣ ਜਾਏ ਸਿਰਫ ਗੁਣਾਂ ਬਾਰੇ ਕਿ ਮੈਂ ਰੱਬੀ ਗੁਣਾਂ ਦਾ ਧਾਰਨੀ ਕਿਵੇਂ ਹੋ ਸਕਦਾ, ਮੇਰੇ ਅੰਦਰ ਇਨਸਾਨੀਅਤ ਕਿਵੇਂ ਪੈਦਾ ਕੀਤੀ ਜਾ ਸਕਦੀ, ਉਹ ਢੰਗ ਕੀ ਹੈ। ਤੇ ਜੇ ਅਸੀਂ ਇੱਕ ਦੂਜੇ ਨੂੰ ਢੰਗ ਦੱਸੀਏ ਤਾਂ ਮੇਰੇ ਖਿਆਲ ਦੇ ਅੰਦਰ ਤੇ ਜੇ ਸਾਡਾ ਸਵਾਲ ਕਰਨ ਦਾ, ਬੋਲ ਚਾਲ ਦਾ ਤਰੀਕਾ ਹੀ ਇਹ ਹੋ ਜਾਏ ਤੇ ਇਹ ਇੰਨੇ ਨਾਲ ਹੀ ਸਾਡੀ ਜ਼ਿੰਦਗੀ ਬਦਲ ਜਾਣੀ ਹੈ। ਕਿਉਂਕਿ ਉੱਥੇ ਕਿਸੇ ਦੀ ਨਿੰਦਾ ਚੁਗਲੀ ਤੇ ਹੋਣੀ ਨਹੀਂ, ਉੱਥੇ ਤਾਂ ਸਿਰਫ ਗੁਣਾਂ ਦੀ ਗੱਲ ਹੋਣੀ ਹੈ, ਗੁਣਾਂ ਤੇ ਤੁਰਨ ਦਾ ਢੰਗ ਤਰੀਕਾ। ਤਾਂ ਐਸੇ ਲੋਕਾਂ ਦੇ ਨਾਲ ਮਿਲਣਾ ਜੋ ਪ੍ਰਭੂ ਦੇ ਪਿਆਰੇ ਨੇ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਵਾਲੇ ਨੇ, ਬਨੌਟੀ ਨਹੀਂ, ਜਿਹੜੇ ਅਸਲੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨੀ, ਸੰਗਤ ਕਰਨੀ ਕਿ ਇਹ ਰੱਬ ਦੇ ਪਿਆਰਿਓ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਇਹੋ ਜਿਹਾ ਰਾਹ ਸਮਝਾਓ। ਹਰ ਹਰ ਸ਼ਿੰਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ, ਕਿ ਇਹ ਹਰੀ ਦੇ ਜਨੋ, ਹਰੀ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਓ, ਹਰੀ ਦੀ ਸਿਫਤ ਸਲਾਹ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਓ। ਔਰ ਫਿਰ ਕਹਿ ਰਹੇ ਨੇ ਹਰ ਕਾਪੜ ਪਹਿਰੋ ਖਿਮਕਾ। ਖਿਮ ਦਾ ਮਤਲਬ ਖਿਮਾ, ਖਿਮਾ ਦੀ ਪੁਸ਼ਾਕ ਪਾ ਲਓ, ਖਿਮਾ ਦਾ ਗੁਣ ਧਾਰਨ ਕਰੋ। ਹੁਣ ਖਿਮਾ ਦਾ ਗੁਣ ਬਹੁਤ ਪਿਆਰਾ ਹੈ। ਜੇ ਮੇਰੇ ਤੋਂ ਕੋਈ ਗਲਤੀ ਹੋ ਜਾਏ ਨਾ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਮੁਆਫੀ ਮੰਗ ਲਵਾਂ। ਤੇ ਮੁਆਫੀ ਇਹ ਨਹੀਂ ਕਿ ਰੋਜ਼ ਗਲਤੀਆਂ ਕਰਕੇ ਤੇ ਰੋਜ਼ ਮੁਆਫੀ ਮੰਗੀ ਜਾਵਾਂ ਤੇ ਉਹ ਕੰਮ ਦੁਬਾਰਾ। ਮੁਆਫੀ ਦਾ ਮਤਲਬ ਇਹ ਹੁੰਦਾ ਹੈ ਕਿ ਗਲਤੀ ਨਾਲ ਕੋਈ ਕੰਮ ਹੋ ਗਿਆ, ਜਾਣਬੁੱਝ ਕੇ ਕੀਤਾ, ਗਲਤੀ ਨਾਲ ਗਲਤ ਹੋ ਗਿਆ, ਉਹਦੀ ਮੁਆਫੀ, ਤੇ ਅੱਗੋਂ ਤੋਂ ਮੈਂ ਉਹੋ ਜਿਹਾ ਕੰਮ ਨਹੀਂ ਕਰਾਂਗਾ।
ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜੇ ਕਿਸੇ ਤੋਂ ਗਲਤੀ ਹੋ ਗਈ ਹੈ ਤੇ ਮੈਂ ਉਹਨੂੰ ਵੀ ਖਿਮਾ ਕਰ ਦਿਆਂ, ਕਿਉਂਕਿ ਦੂਜਾ ਵੀ ਤੇ ਇਨਸਾਨ ਹੀ ਹੈ ਨਾ। ਜਿਵੇਂ ਮੈਂ ਇਨਸਾਨ ਹਾਂ, ਮੇਰੇ ਅੰਦਰ ਗਲਤੀਆਂ ਕਰਨ ਦੀ ਸੰਭਾਵਨਾ ਹੈ। ਮੈਂ ਕੋਈ ਰੱਬ ਤੇ ਹੈ ਨਹੀਂ ਕਿ ਮੇਰੇ ਤੋਂ ਕੋਈ ਗਲਤੀ ਹੋਣੀ ਹੀ ਨਹੀਂ, ਜਾਂ ਮੈਂ ਜ਼ਿੰਦਗੀ ਵਿੱਚ ਕੋਈ ਗਲਤੀ ਕੀਤੀ ਹੀ ਨਹੀਂ, ਜਾਂ ਮੈਂ ਹੁਣ ਨਹੀਂ ਕਰ ਰਿਹਾ, ਜਾਂ ਮੈਂ ਅੱਗੋਂ ਨਹੀਂ ਕਰਾਂਗਾ। ਗਲਤੀ ਤਾਂ ਕਿਸੇ ਤੋਂ ਹੀ ਹੋ ਸਕਦੀ ਹੈ। ਤਾਂ ਜਿਵੇਂ ਮੈਂ ਚਾਹੁੰਦਾ ਹਾਂ ਨਾ ਕਿ ਜੇ ਮੈਂ ਗਲਤੀ ਦੀ ਮੁਆਫੀ ਮੰਗਾਂ ਤਾਂ ਮੈਨੂੰ ਅਗਲੀ ਧਿਰ ਮੁਆਫ ਕਰ ਦੇਵੇ, ਤਾਂ ਅਗਲੀ ਧਿਰ ਵੀ ਇਹ ਚਾਹੁੰਦੀ ਹੁੰਦੀ ਹੈ ਕਿ ਜੇ ਮੇਰੇ ਤੋਂ ਗਲਤੀ ਹੋ ਗਈ ਤੇ ਮੈਨੂੰ ਵੀ ਮੁਆਫ ਕੀਤਾ ਜਾਏ। ਜੇ ਇਹ ਖਿਮਾ ਦਾ ਗੁਣ ਆ ਜਾਏ ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਸਕਦਾ ਹੈ। ਆਪਣੀਆਂ ਗਲਤੀਆਂ ਦੀ ਅਸੀਂ ਦੂਜਿਆਂ ਤੋਂ ਮੁਆਫੀ ਮੰਗ ਲਈਏ, ਔਰ ਦੂਜੇ ਨੇ ਜੇ ਕੋਈ ਗਲਤੀ ਕੀਤੀ ਹੈ ਤੇ ਉਹਨੂੰ ਮੁਆਫ ਕਰ ਦਈਏ। ਔਰ ਤੀਜੀ ਗੱਲ, ਆਪਣੇ ਆਪ ਨੂੰ ਵੀ ਮੁਆਫ ਕਰ ਦਈਏ। ਜੋ ਕੁਝ ਹੋਇਆ ਹੈ ਪਿੱਛੇ ਗਲਤ, ਆਪਣੇ ਆਪ ਨੂੰ ਮੁਆਫ ਕਰ ਦਿਓ ਕਿ ਮੈਂ ਗਲਤੀਆਂ ਕੀਤੀਆਂ, ਮੈਂ ਆਪਣੇ ਆਪ ਨੂੰ ਮੁਆਫ ਕਰਦਾ ਹਾਂ, ਅੱਗੇ ਤੋਂ ਮੈਂ ਐਸੀ ਕੋਈ ਗਲਤੀ ਨਹੀਂ ਕਰਾਂਗਾ। ਤਾਂ ਜੋ ਭੂਤਕਾਲ ਦਾ ਪਛਤਾਵਾ ਸੀ, ਉਹਦਾ ਦੁੱਖ ਥੋੜਾ ਘਟ ਸਕਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਰੱਬੀ ਗੁਣਾਂ ਦਾ ਸ਼ਿੰਗਾਰ ਬਣਾਓ ਔਰ ਖਿਮਾ ਦਾ ਕੱਪੜਾ ਪਹਿਰੋ, ਖਿਮਾ ਦਾ ਗੁਣ ਧਾਰਨ ਕਰੋ। ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ, ਹਰ ਲਾਗੇ ਪਿਆਰਾ ਪ੍ਰਿਮਕਾ। ਪ੍ਰਿਮਕਾ ਦਾ ਮਤਲਬ ਪ੍ਰੇਮ ਦਾ ਸ਼ਿੰਗਾਰ। ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ, ਇਹੋ ਜਿਹਾ ਸ਼ਿੰਗਾਰ ਮੇਰੇ ਹਰੀ ਨੂੰ ਚੰਗਾ ਲੱਗਦਾ ਹੈ। ਹਰ ਲਾਗੇ ਪਿਆਰਾ ਪ੍ਰਿਮਕਾ, ਯਾਨੀ ਪ੍ਰੇਮ ਦਾ ਸ਼ਿੰਗਾਰ ਚੰਗਾ ਲੱਗਦਾ ਹੈ ਰੱਬ ਨੂੰ। ਇਸ ਲਈ ਆਪਣੀ ਜ਼ਿੰਦਗੀ ਨੂੰ ਪ੍ਰੇਮ ਦੇ ਨਾਲ ਸ਼ਿੰਗਾਰੋ। ਸ਼ੁਭ ਗੁਣਾਂ ਦਾ ਸ਼ਿੰਗਾਰ, ਪ੍ਰੇਮ ਦਾ ਸ਼ਿੰਗਾਰ, ਆਪਣੀ ਜ਼ਿੰਦਗੀ ਦੇ ਅੰਦਰ ਪ੍ਰੇਮ ਪੈਦਾ ਕਰੋ। ਜੇ ਤੁਹਾਡੀ ਜ਼ਿੰਦਗੀ ਵਿੱਚ ਪ੍ਰੇਮ ਹੈ ਤਾਂ ਉਹ ਪ੍ਰੇਮ ਦਾ ਸ਼ਿੰਗਾਰ ਰੱਬ ਨੂੰ ਪਿਆਰਾ ਲੱਗਦਾ ਹੈ। ਪ੍ਰੇਮ ਕਰੋਗੇ ਤੁਹਾਡੀ ਇੱਜ਼ਤ ਪੱਤ ਰਹੇਗੀ। ਕਿੰਨਾ ਪਿਆਰਾ ਬਚਨ ਨਾ, ਪ੍ਰੇਮ ਪਟੋਲਾ ਤੈਂ ਸ਼ੋ ਦਿੱਤਾ, ਢੱਕਣ ਕੂ ਪੱਤ ਮੇਰੀ। ਕਿ ਹੇ ਰੱਬਾ, ਮੈਂ ਇੱਜ਼ਤਦਾਰ ਬਣ ਕੇ ਰਹਾਂ, ਮੇਰੀ ਇੱਜ਼ਤ ਢੱਕਣ ਲਈ, ਪੱਤ ਢੱਕਣ ਲਈ ਤੂੰ ਮੈਨੂੰ ਪ੍ਰੇਮ ਦਾ ਕੱਪੜਾ ਦਿੱਤਾ ਹੈ ਕਿ ਮੈਂ ਆਪਣੇ ਜੀਵਨ ਵਿੱਚ ਪ੍ਰੇਮ ਪੈਦਾ ਕਰਾਂ। ਤੇ ਪ੍ਰੇਮ ਕਿਹਦੇ ਨਾਲ ਕਰਨਾ ਹੈ? ਸੱਚ ਨਾਲ, ਦਇਆ ਨਾਲ, ਇੱਕ ਓੰਕਾਰ ਨਾਲ, ਨਿਰਭਉ ਨਾਲ, ਨਿਰਵੈਰ ਨਾਲ, ਇਹਨਾਂ ਰੱਬੀ ਗੁਣਾਂ ਦੇ ਨਾਲ ਪਿਆਰ ਪਾਣਾ, ਮਨੁੱਖਤਾ ਦੇ ਨਾਲ ਪਿਆਰ ਪਾਣਾ। ਤੇ ਪਿਆਰ ਬਾਰੇ ਆਪਾਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ। ਪ੍ਰੇਮ ਸਮਰਪਣ ਦਾ ਨਾਮ ਹੈ। ਸ਼ੁਭ ਔਰ ਨਿਸਵਾਰਥ ਭਾਵਨਾਵਾਂ ਦੇ ਨਾਲ ਕੀਤੇ ਹੋਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਪ੍ਰੇਮ ਦੇ ਅੰਦਰ ਕੋਈ ਲਾਲਚ ਨਹੀਂ ਹੈ, ਪ੍ਰੇਮ ਦੇ ਅੰਦਰ ਤਿਆਗ ਹੈ। ਪ੍ਰੇਮ ਵਾਲੇ ਮਨੁੱਖ ਦਾ ਜੀਵਨ ਪਾਰਦਰਸ਼ੀ ਸ਼ੀਸ਼ੇ ਵਰਗਾ ਸਾਫ਼ ਹੈ, ਕੁਝ ਵੀ ਲੁਕਾ ਛਿਪਾ ਨਹੀਂ ਹੈ। ਇਹੋ ਜਿਹਾ ਸ਼ਿੰਗਾਰ ਰੱਬ ਨੂੰ ਬੜਾ ਪਿਆਰਾ ਲੱਗਦਾ। ਹੁਣ ਦੇਖੋ, ਐਸਾ ਸ਼ਿੰਗਾਰ ਧਾਰਨ ਕਰਨ ਵਾਸਤੇ ਤੁਹਾਨੂੰ ਕਿਸੇ ਫੈਸ਼ਨ ਦੀ ਲੋੜ ਨਹੀਂ। ਕੋਈ ਧਾਰਮਿਕ ਜਿਹੜੇ ਵਿਖਾਵੇ ਵਾਲੇ ਪਹਿਨਾਵੇ ਨੇ ਉਹ ਪਹਿਨਣ ਦੀ ਜ਼ਰੂਰਤ ਨਹੀਂ। ਪਿਆਰ ਦੇ ਨਾਲ ਆਪਣੀ ਜ਼ਿੰਦਗੀ ਨੂੰ ਸ਼ਿੰਗਾਰੋ, ਆਪਣੇ ਜੀਵਨ ਵਿੱਚ ਪਿਆਰ ਪੈਦਾ ਕਰੋ, ਸ਼ੁਭ ਗੁਣਾਂ ਦੇ ਨਾਲ ਪਿਆਰ ਪੈਦਾ ਕਰੋ, ਮਨੁੱਖਤਾ ਨਾਲ ਪਿਆਰ, ਸੰਸਾਰ ਨਾਲ ਪਿਆਰ, ਵਨਸਪਤੀ ਨਾਲ ਪਿਆਰ। ਪਿਆਰ ਦੇ ਝਰਨੇ ਅੰਦਰ ਝਰ ਜਾਣ, ਪਿਆਰ ਦੇ ਨਾਲ ਇਹ ਜੀਵਨ ਸ਼ਿੰਗਾਰਿਆ ਜਾਏ। ਇਹ ਸ਼ਿੰਗਾਰ ਰੱਬ ਨੂੰ ਪਿਆਰਾ ਲੱਗਦਾ ਹੈ। ਹਰ ਹਰ ਨਾਮ ਬੋਲੋ ਦਿਨ ਰਾਤੀ, ਇੱਥੇ ਰਾਤੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਾਂਗੇ, ਰਾਤੀ। ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟੈ ਇੱਕ ਪਲਕਾ। ਕਿਲ ਬਿਖ ਦਾ ਮਤਲਬ ਪਾਪ, ਪਲਕਾ ਦਾ ਮਤਲਬ ਇੱਕ ਪਲਕ ਵਿੱਚ। ਨਾਮ ਬੋਲੋ ਦਾ ਮਤਲਬ ਰੱਬ ਦੀ ਸਿਫਤ ਸਲਾਹ ਕਰੋ। ਦਿਨ ਰਾਤ ਰੱਬੀ ਗੁਣਾਂ ਦਾ ਉਚਾਰਨ ਕਰੋ, ਰੱਬ ਦੀ ਸਿਫਤ ਸਲਾਹ ਕਰੋ। ਇੱਕ ਪਲਕ ਵਿੱਚ ਸਾਰੇ ਪਾਪ ਕੱਟ ਦੇਵੇਗਾ। ਇੱਕ ਪਲ ਦੇ ਅੰਦਰ ਪਾਪ ਕੱਟੇ ਜਾਣਗੇ। ਤੀਰਥਾਂ ਤੇ ਨਾਤਿਆਂ ਨਹੀਂ ਕੱਟੇ ਜਾਣੇ ਪਾਪ, ਸਮਾਧੀਆਂ ਲਾਉਣ ਨਾਲ ਨਹੀਂ ਕੱਟੇ ਜਾਣੇ। ਰੱਬੀ ਗੁਣ ਬੋਲਣੇ ਸ਼ੁਰੂ ਕਰ ਦਿਓ, ਪਾਪ ਇੱਕ ਪਲ ਵਿੱਚ ਹੀ ਕੱਟੇ ਜਾਣਗੇ। ਕਿਵੇਂ ਕੱਟੇ ਜਾਣਗੇ? ਹੁਣ ਪਾਪ ਮੇਰੀ ਸੋਚ ਵਿੱਚ ਭਰੇ ਪਏ ਨੇ। ਈਰਖਾ ਹੈ, ਵੈਰ ਵਿਰੋਧ ਹੈ, ਜਾਂ ਮਤਲਬ ਹੰਕਾਰ ਹੈ, ਲੋਭ ਹੈ, ਲੱਭ ਹੈ, ਜਾਤੀਵਾਦ, ਇਹ ਸਾਰੇ ਦੁਸ਼ਕਰਮ ਨੇ ਨਾ, ਮੇਰੀ ਸੋਚ ਵਿੱਚ ਭਰੇ ਪਏ ਨੇ। ਇਹਨਾਂ ਬਾਰੇ ਮੈਂ ਬੋਲ ਰਿਹਾ ਹਾਂ, ਐਸਾ ਹੀ ਮੈਂ ਬਿਹੇਵੀਅਰ ਕਰ ਰਿਹਾ। ਤਾਂ ਇਹ ਇੱਕ ਪਲ ਵਿੱਚ ਕਿਵੇਂ ਕੱਟੇ ਜਾਣਗੇ? ਜੇ ਮੈਂ ਸੱਚ ਬੋਲਣਾ ਸ਼ੁਰੂ ਕਰ ਦਿਆਂ,
ਪਿਆਰ ਨਾਲ ਰਹਿਣਾ ਸ਼ੁਰੂ ਕਰਦੇ ਹਾਂ, ਨਿਰਭੈਤਾ ਨਿਰਵੈਰਤਾ ਵਾਲੀ ਜ਼ਿੰਦਗੀ ਸ਼ੁਰੂ ਕਰਦੇ ਹਾਂ, ਪਾਪ ਨਾਲ ਦੇ ਨਾਲ ਖਤਮ। ਪਾਪ ਤੇ ਤਾਂ ਹੀ ਨੇ ਨਾ ਕਿਉਂਕਿ ਮੈਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ, ਪਾਪਾਂ ਦੀ ਆਪਣੀ ਕੋਈ ਹੋਂਦ ਨਹੀਂ ਹੈ। ਮੇਰੇ ਕਮਰੇ ਵਿੱਚ ਹਨੇਰਾ ਕਿਉਂ ਹੈ? ਕਿਉਂਕਿ ਲਾਈਟ ਔਨ ਨਹੀਂ ਨਾ ਕੀਤੀ। ਹਨੇਰੇ ਦੀ ਆਪਣੀ ਕੋਈ ਉਹ ਵੈਲਿਊ ਨਹੀਂ ਹੈ। ਲਾਈਟ ਨਾ ਹੋਣ ਦਾ ਨਾਮ ਹਨੇਰਾ ਹੈ, ਚਾਨਣ ਦੀ ਅਣਹੋਂਦ ਦਾ ਨਾਮ ਹਨੇਰਾ ਹੈ। ਲਾਈਟ ਔਨ ਕਰ ਦੋ, ਹਨੇਰਾ ਆਪੇ ਖਤਮ। ਸੱਚ ਬੋਲਣਾ ਸ਼ੁਰੂ ਕਰੋ, ਝੂਠ ਖਤਮ। ਪ੍ਰੇਮ ਨਾਲ ਰਹਿਣਾ ਸ਼ੁਰੂ ਕਰੋ, ਈਰਖਾ द्वेष ਖਤਮ। ਨਿਮਰਤਾ ਧਾਰਨ ਕਰੋ, ਹੰਕਾਰ ਖਤਮ। ਸੰਤੋਖ ਵਾਲੀ ਜ਼ਿੰਦਗੀ ਜੀਵੋ, ਲੋਭ ਖਤਮ। ਇੱਕ ਪਲ ਵਿੱਚ ਹੀ ਖਤਮ ਹੋ ਗਿਆ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਹ ਪਿਆਰਿਓ, ਦਿਨ ਰਾਤ ਰੱਬ ਦੀ ਸਿਫਤ ਸਲਾਹ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਇੱਕ ਪਲ ਵਿੱਚ ਹੀ ਤੁਹਾਡੀ ਜ਼ਿੰਦਗੀ ਦੇ ਪਾਪ ਕਰਮ ਕੱਟੇ ਜਾਣਗੇ। ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਣਕਾ। ਜਿਣਕਾ ਦਾ ਮਤਲਬ ਜਿੱਤ ਜਾਂਦਾ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਹਰ ਜਪ ਦਾ ਮਤਲਬ ਹਰੀ ਨੂੰ ਜਾਣ ਕੇ। ਜਾਣ ਕੇ ਦਾ ਮਤਲਬ ਸਾਂਝ ਪਾ ਕੇ। ਮੀਨਸ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਕੇ। ਤਾਂ ਜਿਸ ਗੁਰਮੁਖ ਉੱਤੇ ਹਰੀ ਦਇਆਵਾਨ ਹੁੰਦਾ ਹੈ, ਉਹ ਗੁਰੂ ਦੇ ਰਾਹੀਂ ਹਰੀ ਦੇ ਗੁਣਾਂ ਦਾ ਧਾਰਨੀ ਹੋ ਕੇ ਜਿੱਤ ਜਾਂਦਾ ਹੈ। ਜਪ ਦਾ ਮਤਲਬ ਜਾਣਨਾ, ਸਾਂਝ ਪਾਣੀ। ਹਰ ਦਾ ਮਤਲਬ ਹਰੀ ਦੇ ਨਾਲ, ਹਰੀ ਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਉਹ ਬੰਦਾ ਜਿੱਤ ਜਾਂਦਾ ਹੈ। ਹੁਣ ਅਸੀਂ ਝੂਠ ਅੱਗੇ ਹਾਰ ਜਾਂਦੇ ਹਾਂ, ਸਾਡੇ ਗੋਡੇ ਟਿਕ ਜਾਂਦੇ ਨੇ, ਅਸੀਂ ਝੂਠ ਅੱਗੇ ਗੋਡੀਆਂ ਟੇਕ ਗਏ। ਛੋਟੇ ਜਿਹੇ ਲੋਭ ਪਿੱਛੇ ਅਸੀਂ ਆਪਣੇ ਅੰਦਰੋਂ ਇਨਸਾਨੀਅਤ ਨੂੰ ਹਾਰ ਦਿੱਤਾ। ਛੋਟੇ ਜਿਹੇ ਕ੍ਰੋਧ ਕਰਕੇ ਅਸੀਂ ਆਪਣਾ ਬੜਾ ਵੱਡਾ ਪਿਆਰਾ ਇੱਕ ਰਿਸ਼ਤਾ ਗਵਾ ਲਿਆ। ਹਾਰ ਗਏ ਨਾ ਅਸੀਂ। ਬੰਦਾ ਥਾਂ ਥਾਂ ਤੇ ਹਾਰਿਆ ਹੋਇਆ ਹੈ। ਲੇਕਿਨ ਜੇ ਗੁਰੂ ਦੇ ਰਾਹੀਂ ਇਹ ਗੁਣਾਂ ਦੇ ਨਾਲ ਸਾਂਝ ਪਾ ਲਏ ਤਾਂ ਬੰਦਾ ਜਿੱਤ ਸਕਦਾ ਹੈ। ਫਿਰ ਸੱਚ ਦੀ ਜਿੱਤ ਹੋਏਗੀ, ਦਇਆ ਦੀ ਜਿੱਤ ਹੋਏਗੀ। ਫਿਰ ਅਸੀਂ ਇਹਨਾਂ ਗੁਣਾਂ ਦੇ ਧਾਰਨੀ ਹੋਵਾਂਗੇ। ਇਨਸਾਨੀਅਤ ਜਿੱਤੇਗੀ, ਗੈਰ ਇਨਸਾਨੀਅਤ ਹਾਰੇਗੀ। ਸਾਡੀਆਂ ਚਿੰਤਾਵਾਂ, ਪਰੇਸ਼ਾਨੀਆਂ ਆਦਿ ਖਤਮ ਹੋਣਗੀਆਂ। ਤਾਂ ਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਤੇ ਪ੍ਰਭੂ ਦਇਆਵਾਨ ਹੁੰਦਾ ਹੈ, ਜੋ ਪ੍ਰਭੂ ਦੀ ਦਇਆ ਦੇ ਪਾਤਰ ਬਣਦੇ ਨੇ, ਉਹ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਹਰੀ ਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਜੀਵਨ ਬਾਜੀ ਨੂੰ ਜਿੱਤ ਜਾਂਦੇ। ਸ਼ਲੋਕ ਮਹਿਲਾ ਤੀਜਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆ। ਜਨਮ ਜਨਮ ਦਾ ਮਤਲਬ ਸਮੇਂ ਸਮੇਂ ਤੇ, ਟਾਈਮ ਟਾਈਮ ਤੇ, ਵਕਤ ਵਕਤ ਤੇ, ਯਾਨੀ ਬਹੁਤ ਸਮੇਂ ਦੀ। ਇਸ ਮਨ ਕੋ ਮਲ ਲਾਗੀ, ਵਕਤ ਵਕਤ ਤੇ ਇਸ ਮਨ ਨੂੰ ਮੈਲ ਲੱਗੀ ਹੋਈ ਹੈ। ਹੁਣ ਜਨਮ ਜਨਮ ਅਸੀਂ ਰੋਜ਼ ਜਨਮ ਜੀ ਰਹੇ ਹਾਂ ਨਾ, ਸਮੇਂ ਸਮੇਂ ਤੇ। ਕਿਤੇ ਮੇਰੇ ਅੰਦਰ ਕ੍ਰੋਧ ਦੀ ਮੈਲ ਲੱਗ ਗਈ, ਦੂਜੇ ਸਮੇਂ ਮੇਰੇ ਅੰਦਰ ਲੋਭ ਪੈਦਾ ਹੋ ਗਿਆ, ਲੋਭ ਦੀ ਮੈਲ ਲੱਗ ਗਈ। ਤੀਜਾ ਕੋਈ ਵਕਤ ਆਇਆ, ਤੀਜੇ ਦਿਨ ਮੇਰੇ ਮਨ ਨੂੰ ਹੋਰ ਕੋਈ ਮੈਲ ਲੱਗ ਗਈ, ਪਸ਼ੂ ਬਿਰਤੀਆਂ ਦੀ ਮੈਲ ਲੱਗ ਗਈ, ਕਿਤੇ ਲੱਭ ਲੋਭ ਲਾਲਚ। ਇਹ ਮਨ ਕਾਲਾ ਸ਼ਾਹ ਹੋਇਆ ਪਿਆ ਹੈ। ਮਨ ਦਾ ਮਤਲਬ ਸਾਡੀ ਸੋਚ, ਮੈਂਟੈਲਿਟੀ ਬੰਦੇ ਦੀ ਕਾਲੀ ਸ਼ਾਹ ਹੋਈ ਪਈ ਹੈ ਵਿਕਾਰਾਂ ਦੀ ਕਾਲਖ ਦੇ ਨਾਲ। ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹ। ਖਨਲੀ ਦਾ ਮਤਲਬ ਤੇਲ ਦੀ, ਤੇਲੀ ਦੀ ਕੋਲੂ ਵਿੱਚ ਫੇਰਨ ਵਾਲੀ ਲੀਰ। ਇੱਕ ਲੀਰ ਹੁੰਦੀ ਹੈ ਜੋ ਕੋਲੂ ਦੀਆਂ ਲੱਠਾਂ ਦੇ ਵਿੱਚ ਫੇਰ ਕੇ ਲੱਠਾਂ ਨੂੰ ਸਾਫ਼ ਕਰਦਾ ਜਾਂ ਕੋਲੂ ਦੇ ਵਿੱਚ ਫੇਰਦਾ, ਉਹਨੂੰ ਖਨਲੀ ਕਹਿੰਦੇ। ਜੇ ਸੌ ਧੋਵਣ ਪਾਹ। ਪਾਹ ਦਾ ਮਤਲਬ ਧੋਣ ਦਾ ਯਤਨ ਕਰੋ। ਜਿਵੇਂ ਤੇਲੀ ਦੀ ਕੋਲੂ ਵਾਲੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ, ਭਾਵੇਂ ਉਹਨੂੰ 100 ਵਾਰੀ ਧੋ ਲਓ, ਕਿਉਂਕਿ ਉਹਦੇ ਅੰਦਰ ਤੇਲ ਇੱਕ ਵਾਰੀ ਫਸ ਗਿਆ ਨਾ, ਕਾਲਖ ਚਲੀ ਗਈ। ਤੇ ਫਿਰ ਉਹਨੂੰ ਜਿੰਨਾ ਮਰਜ਼ੀ ਧੋਈ ਜਾਓ, ਜਿਵੇਂ ਦਾ ਲੱਠਾ ਚਿੱਟਾ ਸੀ ਨਾ ਪਹਿਲੇ ਦਿਨ, ਉਵੇਂ ਦੀ ਚਟਿਆਈ ਉਹਦੇ ਵਿੱਚ ਆਉਂਦੀ ਨਹੀਂ। ਬੇਸ਼ੱਕ ਧੋਈ ਜਾਓ ਬਾਰ-ਬਾਰ, ਉਹਨੇ ਫਿਰ ਕਾਲੀ ਦੀ ਕਾਲੀ। ਇਸੇ ਤਰ੍ਹਾਂ ਇਹ ਜੋ ਮਨ ਹੈ, ਇਹਦੇ ਅੰਦਰ ਵਿਕਾਰਾਂ ਦੀ ਕਾਲਖ ਹੈ। ਤੇ ਐਵੇਂ ਇਹ ਧੋਤਿਆਂ ਚਿੱਟਾ ਨਹੀਂ ਹੁੰਦਾ। ਤੀਰਥਾਂ ਤੇ ਨਹਾ ਲਓ, ਮਨ ਦੀ ਕਾਲਖ ਚਲੀ ਜਾਏ ਨਾ। ਪਾਠ ਪੂਜਾ ਕਰ ਲਓ, ਮਨ ਦੀ ਕਾਲਖ ਚਲੀ ਜਾਏ, ਐਵੇਂ ਨਹੀਂ ਜਾਂਦੀ। ਜੇ ਐਵੇਂ ਕਾਲਖ ਜਾਂਦੀ ਤਾਂ ਕਿੰਨੀ ਪਾਠ ਪੂਜਾ ਹੋ ਰਹੀ ਹੈ, ਕਿੰਨੇ ਵਰਤ ਨਰਾਤੇ ਸਰਾਧ ਹੋ ਰਹੇ ਨੇ, ਕਿੰਨੇ ਲੋਕ ਤੀਰਥਾਂ ਤੇ ਜਾ ਰਹੇ ਨੇ। ਫਿਰ ਤਾਂ ਹਰ ਇੱਕ ਦਾ ਮਨ ਸਾਫ਼ ਹੋਣਾ ਚਾਹੀਦਾ ਸੀ ਨਾ। ਜਿਵੇਂ ਕੋਲੂ ਦੀ ਲੀਰ ਚਿੱਟੀ ਨਹੀਂ ਹੁੰਦੀ, ਤਾਂ ਫਿਰ ਕੀ ਕਰਨਾ ਚਾਹੀਦਾ ਹੈ?
ਮਨ ਸਾਡਾ ਕਿਵੇਂ ਸਾਫ਼ ਹੋ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ। ਬਦਲਾ ਦਾ ਮਤਲਬ ਬਦਲ ਜਾਏ। ਗੁਰ ਪ੍ਰਸਾਦੀ ਜੀਵਤ ਮਰੈ, ਗੁਰੂ ਦੀ ਕਿਰਪਾ ਨਾਲ ਜੇ ਜਿਉਂਦੇ ਭਾਵ ਤੋਂ ਬੰਦਾ ਮਰ ਜਾਏ, ਆਪਣੇ ਆਪੇ ਨੂੰ ਮਾਰ ਲਵੇ, ਮਤ ਬਦਲ ਕੇ ਉਲਟ ਹੋ ਜਾਏ, ਉਲਟੀ ਹੋਵੇ ਮਤ ਬਦਲਾ। ਬਦਲਾ ਦਾ ਮਤਲਬ ਬਦਲ ਕੇ, ਮਤ ਬਦਲ ਕੇ ਉਲਟੀ ਹੋ ਜਾਏ, ਯਾਨੀ ਆਪੇ ਭਾਵ ਨੂੰ ਮਾਰੇ ਔਰ ਆਪਣੀ ਮਤ ਨੂੰ ਉਲਟਾਏ। ਉਲਟਾਉਣ ਦਾ ਮਤਲਬ ਮਨ ਦੀ ਮਤ ਨੂੰ ਛੱਡ ਕੇ ਗੁਰੂ ਦੀ ਮਤ ਦਾ ਧਾਰਨੀ ਹੋ, ਭੈੜੀ ਮਤ ਨੂੰ ਛੱਡ ਕੇ ਚੰਗੀ ਮਤ ਨੂੰ, ਗਿਆਨ ਨੂੰ ਗਲਤ ਵਰਤਣ ਦੀ ਜਗ੍ਹਾ ਤੇ ਠੀਕ ਵਰਤਣਾ ਸ਼ੁਰੂ ਕਰੇ। ਨਾਨਕ ਮੈਲ ਨਾ ਲੱਗਈ, ਨਾ ਫਿਰ ਜੋਨੀ ਪਾ। ਫਿਰ ਇਸ ਮਨ ਨੂੰ ਮੈਲ ਨਹੀਂ ਲੱਗਦੀ ਤੇ ਨਾ ਫਿਰ ਇਹ ਜੋਨੀ ਪਾ ਦਾ ਮਤਲਬ ਫਿਰ ਇਹ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਹੁਣ ਸਾਡਾ ਮਨ ਪਸ਼ੂ ਬਿਰਤੀਆਂ ਵਿੱਚ ਪੈ ਜਾਂਦਾ ਨਾ, ਥੋੜਾ ਜਿਹਾ ਲਾਲਚ, ਤੇ ਜਦੋਂ ਅਸੀਂ ਲਾਲਚ ਕਰਕੇ ਬੇਗਾਨਾ ਹੱਕ ਖਾਂਦੇ ਆ, ਉਦੋਂ ਸਾਡੀ ਸੁਰਤ ਕੁੱਤੇ ਦੀ ਜੂਨ ਵਿੱਚ ਚਲੀ ਗਈ। ਜਦੋਂ ਥੋੜਾ ਜਿਹਾ ਹੰਕਾਰ ਕਰਕੇ ਦੂਜੇ ਨੂੰ ਨੀਵੇਂ ਵਿਖਾਇਆ, ਮੇਰੀ ਜਿਹੜੀ ਸੁਰਤ ਹੈ ਉਹ ਹਾਥੀ ਦੀ ਜੂਨ ਵਿੱਚ ਚਲੀ ਗਈ। ਜਦੋਂ ਮੈਂ ਕਿਸੇ ਨੂੰ ਟੁੱਟ ਕੇ ਪੈਣਾ ਗੁੱਸੇ ਦੇ ਨਾਲ, ਉਦੋਂ ਮੈਂ ਸੱਪ ਦੀ ਜੂਨ ਵਿੱਚ ਚਲਾ ਗਿਆ। ਜਦੋਂ ਮੈਂ ਝੂਠ ਬੋਲਦਾ, ਗੰਦਗੀ 'ਚ ਮੂੰਹ ਮਾਰਦਾ, ਉਦੋਂ ਮੈਂ ਕਾਂ ਦੀ ਜੂਨ ਵਿੱਚ ਚਲਾ ਗਿਆ। ਤਾਂ ਗੁਰੂ ਜੀ ਕਹਿੰਦੇ ਨੇ, ਜੇ ਗੁਰੂ ਦੇ ਦੱਸੇ ਰਾਹਾਂ ਤੇ ਬੰਦਾ ਚੱਲੇ, ਆਪਣੀ ਮੱਤ ਨੂੰ ਬਦਲ ਲਵੇ, ਗੁਰਮਤ ਦਾ ਧਾਰਨੀ ਹੋ ਜਾਏ, ਫਿਰ ਇਹਦੇ ਮਨ ਨੂੰ ਮੈਲ ਹੀ ਨਹੀਂ ਲੱਗਦੀ ਔਰ ਫਿਰ ਇਹ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਜਿਵੇਂ ਸੱਜਣ ਦਾ ਮਨ ਇੱਕ ਵਾਰੀ ਧੁੱਪ ਗਿਆ, ਫਿਰ ਉਹਨੂੰ ਮੈਲ ਨਹੀਂ ਲੱਗੀ। ਕੌਡੇ ਦਾ ਮਨ ਧੁੱਪ ਗਿਆ, ਉਹਨੂੰ ਫਿਰ ਮੁੜ ਕੇ ਮੈਲ ਨਹੀਂ ਲੱਗੀ। ਉਹ ਗੁਰੂ ਦਾ ਭਾਈ ਬਣ ਗਿਆ, ਉਹ ਗੁਰੂ ਦਾ ਸਿੱਖ ਹੋ ਗਿਆ। ਅਗਲਾ ਬਚਨ ਗੁਰੂ ਪਾਤਸ਼ਾਹ ਜੀ ਕਰਦੇ ਨੇ, ਮਹਿਲਾ ਤੀਜਾ। ਚਹੋ ਜੁਗੀ ਕਲ ਕਾਲੀ ਕਾਂਢੀ, ਇੱਕ ਉੱਤਮ ਪਦਵੀ ਇਸ ਯੁਗ ਮਾਹੇ। ਚਹੋ ਜੁਗੀ ਦਾ ਮਤਲਬ ਚੌਹਾਂ ਯੁਗਾਂ ਦੇ ਵਿੱਚੋਂ। ਕਲ ਦਾ ਮਤਲਬ ਕਾਲਖ ਵਾਲਾ, ਕਾਲੀ ਕਾਂਢੀ, ਕਾਂਢੀ ਦਾ ਮਤਲਬ ਕਿਹਾ ਜਾਂਦਾ ਹੈ, ਕਲ ਦਾ ਮਤਲਬ ਕਲਯੁਗ ਨੂੰ। ਗੁਰੂ ਜੀ ਕਹਿੰਦੇ ਨੇ ਚੌਹਾਂ ਯੁਗਾਂ ਵਿੱਚ ਕਲਯੁਗ ਹੀ ਕਾਲਾ ਆਖਿਆ ਜਾਂਦਾ ਹੈ, ਮਾੜਾ ਕਿਹਾ ਜਾਂਦਾ ਹੈ। ਲੋਕਾਂ ਦੀ ਵਿਚਾਰ ਹੈ ਕਿ ਕਲਯੁਗ ਮਾੜਾ ਹੈ। 4 ਯੁਗ ਮੰਨ ਲਏ, 4 ਯੁਗਾਂ ਚ ਕਲਯੁਗ ਨੂੰ ਮਾੜਾ ਮੰਨ ਲਿਆ। ਪਰ ਗੁਰੂ ਜੀ ਕਹਿੰਦੇ ਨੇ ਇੱਕ ਉੱਤਮ ਪਦਵੀ ਇਸ ਯੁਗ ਮਾਹੇ, ਪਰ ਇਸ ਯੁਗ ਦੇ ਅੰਦਰ ਇੱਕ ਉੱਤਮ ਪਦਵੀ ਮਿਲ ਸਕਦੀ ਹੈ। ਇਹ ਨਹੀਂ ਕਿ ਕਲਯੁਗ ਜਿਹੜਾ ਸਮਾਂ ਹੈ ਕਿ ਸਾਰੇ ਹੀ ਲੋਕ ਕਾਲੇ ਨੇ, ਇਸ ਦੁਨੀਆ ਦੇ ਵਿੱਚ ਚੰਗਾ ਕੁਝ ਹੋ ਹੀ ਨਹੀਂ ਸਕਦਾ, ਕਲਯੁਗ ਆ ਗਿਆ ਜੀ, ਕਲਯੁਗ ਆ ਗਿਆ ਜੀ, ਮਾੜਾ ਸਮਾਂ ਜੀ, ਮਾੜਾ ਸਮਾਂ ਜੀ। ਇਹ ਨਹੀਂ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸ ਯੁੱਗ ਦੇ ਅੰਦਰ ਵੀ ਉੱਤਮ ਪਦਵੀ ਮਿਲ ਸਕਦੀ ਹੈ। ਕਿਵੇਂ ਮਿਲ ਸਕਦੀ ਹੈ? ਗੁਰਮੁਖ ਹਰ ਕੀਰਤ ਫਲ ਪਾਈਐ, ਜਿਨ ਕੋ ਹਰ ਲਿਖ ਪਾਹੇ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ, ਹਰ ਕੀਰਤ ਦਾ ਮਤਲਬ ਰੱਬ ਦੀ ਸਿਫਤ ਸਲਾਹ ਦਾ ਫਲ ਪਾਇਆ ਜਾ ਸਕਦਾ ਹੈ। ਉਹ ਪਦਵੀ ਕਿਹੜੀ ਹੈ? ਜਿਹੜੀ ਉੱਤਮ ਪਦਵੀ ਹੈ ਇਸ ਕਲਯੁਗ ਦੇ ਵਿੱਚ, ਜਿਹਨੂੰ ਅਸੀਂ ਮਾੜਾ ਕਹਿ ਰਹੇ ਹਾਂ, ਉਹ ਉੱਤਮ ਪਦਵੀ ਕਿਹੜੀ ਹੈ? ਗੁਰਮੁਖ ਹਰ ਕੀਰਤ ਫਲ ਪਾਈ ਹੈ, ਕਿ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਪ੍ਰਭੂ ਦੀ ਸਿਫਤ ਸਲਾਹ ਦਾ ਫਲ ਪਾਇਆ ਜਾ ਸਕਦਾ ਹੈ। ਯਾਨੀ ਇਸ ਯੁੱਗ ਦੇ ਅੰਦਰ ਜਿੰਨਾ ਮਾੜਾ ਕੋਈ ਮਰਜ਼ੀ ਕਹੀ ਜਾਏ, ਇਸ ਯੁੱਗ ਦੇ ਅੰਦਰ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਪਰ ਕਿਵੇਂ ਮਿਲਦੀ ਹੈ? ਜਿਨ ਕੋ ਹਰ ਲਿਖ ਪਾਹੇ, ਜਿਨ੍ਹਾਂ ਦੇ ਮਸਤਕ ਤੇ ਹਰੀ ਦੇ ਹੁਕਮ ਦੇ ਅੰਦਰ ਲੇਖ ਲਿਖੇ ਗਏ ਨੇ, ਤੇ ਲੇਖ ਲਿਖਿਆ ਨੂੰ ਆਪ ਚੰਗੀ ਤਰ੍ਹਾਂ ਸਮਝਦੇ ਹੋ। ਉਹ ਲੇਖ ਰੱਬੀ ਹੁਕਮ ਦੇ ਅੰਦਰ ਲਿਖੇ ਜਾ ਰਹੇ ਨੇ, ਪਰ ਉਹ ਲੇਖ ਲਿਖੇ ਸਾਡੇ ਕਰਮਾਂ ਅਨੁਸਾਰ ਜਾ ਰਹੇ। ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਕਰਦੇ ਹਾਂ, ਉਹ ਸਾਡੇ ਮਨ ਦੇ ਅੰਦਰ ਸੰਸਕਾਰ ਪੈਦਾ ਹੋਈ ਜਾਂਦੇ ਨੇ। ਉਹ ਸਾਡਾ ਸੁਭਾਅ ਬਣ ਜਾਂਦਾ ਹੈ, ਜਿਹਨੂੰ ਨਿਊਰੋਨਲ ਪੈਟਰਨ ਵੀ ਕਹਿ ਦਿੱਤਾ ਜਾਂਦਾ ਹੈ। ਉਸੇ ਤਰ੍ਹਾਂ ਬੰਦਾ ਜ਼ਿੰਦਗੀ ਜੀਵੀ ਜਾਂਦਾ ਹੈ, ਉਹਦਾ ਹੀ ਫਿਰ ਉਹ ਫਲ ਭੁਗਤੀ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਸ਼ੁਭ ਲੇਖ ਲਿਖੇ ਨੇ, ਸ਼ੁਭ ਸੰਸਕਾਰ ਉਕਰੇ ਹੋਏ ਨੇ, ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਉਹ ਪ੍ਰਭੂ ਦੀ ਸਿਫਤ ਸਲਾਹ ਦਾ ਫਲ ਪਾ ਸਕਦੇ ਨੇ, ਔਰ ਉਹ ਇਸ ਸਮੇਂ ਦੇ ਅੰਦਰ ਵੀ ਪਾ ਰਹੇ ਨੇ। ਨਾਨਕ ਗੁਰ ਪ੍ਰਸਾਦੀ, ਅਨਦਿਨ ਭਗਤ ਹਰ ਉਚਰੈ, ਹਰ ਭਗਤੀ ਮਾਹੇ ਸਮਾਹੇ।
हे ਨਾਨਕ, ਉਹ ਗੁਰੂ ਦੀ ਕਿਰਪਾ ਦੇ ਨਾਲ ਹਰ ਰੋਜ਼ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਭਗਤ ਹਰ ਉਚਰਿਆਂ ਦਾ ਮਤਲਬ ਰੱਬ ਦੇ ਗੁਣ ਉਚਾਰਨ ਕਰਦੇ ਨੇ। ਹਰ ਭਗਤੀ ਮਾਹੇ ਸਮਾਹੇ ਦਾ ਮਤਲਬ ਰੱਬੀ ਗੁਣਾਂ ਦੇ ਅੰਦਰ, ਰੱਬੀ ਪ੍ਰੇਮ ਦੇ ਅੰਦਰ ਹੀ ਉਹ ਲੀਨ ਹੋ ਜਾਂਦੇ ਨੇ। ਜੋ ਗੁਰੂ ਦੀ ਕਿਰਪਾ ਦੇ ਪਾਤਰ ਨੇ, ਜਿਨ੍ਹਾਂ ਨੂੰ ਗੁਰੂ ਨੇ ਇਹ ਗੱਲ ਸਮਝਾ ਦਿੱਤੀ ਕਿ ਗੁਣ ਕਹਿ ਗੁਣੀ ਸਮਾਵਣਿਆ, ਜਾਂ ਵਿਣ ਗੁਣ ਕੀਤੇ ਭਗਤ ਨਾ ਹੋਏ, ਤਾਂ ਉਹ ਰੱਬੀ ਗੁਣਾਂ ਨੂੰ ਹਮੇਸ਼ਾ ਉਚਾਰਨ ਕਰਦੇ ਨੇ, ਰੱਬੀ ਗੁਣਾਂ ਦੇ ਧਾਰਨੀ ਹੁੰਦੇ ਨੇ, ਔਰ ਰੱਬੀ ਗੁਣਾਂ ਦੇ ਅੰਦਰ ਹੀ ਸਮਾ ਜਾਂਦੇ ਨੇ, ਗੁਣ ਗਾਉਂਦੇ ਰੱਬ ਵਿੱਚ ਹੀ ਸਮਾ ਜਾਂਦੇ। ਪੌੜੀ। ਹਰ ਹਰ ਮੇਲ ਸਾਧ ਜਨ ਸੰਗਤ, ਮੁਖ ਬੋਲੀ ਹਰ ਹਰ ਭਲੀ ਬਾਣ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ हे ਪ੍ਰਭੂ, ਮੇਰੇ ਤੇ ਰਹਿਮਤ ਕਰ, ਮੈਨੂੰ ਭਲੇ ਪੁਰਸ਼ਾਂ ਦੀ ਸੰਗਤ ਵਿੱਚ ਮਿਲਾ, ਮੈਂ ਵੀ ਮੂੰਹ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ। ਬਾਣ ਦਾ ਮਤਲਬ ਬਾਣੀ, ਸਿਫਤ ਸਲਾਹ। ਕਿ हे ਪ੍ਰਭੂ, ਮੈਨੂੰ ਗੁਰਮੁਖਾਂ ਦੀ ਸੰਗਤ ਵਿੱਚ ਮਿਲਾ ਤੇ ਗੁਰਮੁਖਾਂ ਦੇ ਨਾਲ, ਤੇਰੇ ਪਿਆਰਿਆਂ ਦੇ ਨਾਲ ਮਿਲ ਕੇ ਮੈਂ ਵੀ ਹਰ ਹਰ ਭਲੀ ਬਾਣ, ਤੇਰੇ ਗੁਣਾਂ ਦੀ ਸ਼ੁਭ ਬਾਣੀ ਬੋਲਾਂ, ਸੁੰਦਰ ਬਾਣੀ ਬੋਲਾਂ, ਤੇਰੇ ਸੋਹਣੇ ਸੋਹਣੇ ਗੁਣ ਗਾਵਾਂ। ਤਾਂ ਇੱਥੋਂ ਸਾਨੂੰ ਜੀਵਨ ਲਈ ਕੀ ਸੇਧ ਮਿਲ ਰਹੀ ਹੈ ਕਿ ਅਸੀਂ ਸੰਗਤ ਵਿੱਚ ਮਿਲਣਾ ਹੈ, ਚੰਗੇ ਇਨਸਾਨਾਂ ਦੀ ਸੰਗਤ, ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਉਹਨਾਂ ਦੀ ਸੰਗਤ ਵਿੱਚ ਮਿਲਣਾ, ਉਹਨਾਂ ਦੀ ਸੰਗਤ ਕਰਨੀ, ਔਰ ਜ਼ਬਾਨ ਦੇ ਨਾਲ ਮਿੱਠੇ ਪਿਆਰੇ ਸੱਚੇ ਦਇਆ ਔਰ ਇਨਸਾਨੀਅਤ ਵਾਲੇ ਬੋਲ ਬੋਲਣੇ। ਹਰ ਗੁਣ ਗਾਵਾਂ ਹਰ ਨਿਤ ਚਵਾਂ, ਗੁਰਮਤੀ ਹਰ ਰੰਗ ਸਦਾ ਮਾਣ। ਚਵਾਂ ਦਾ ਮਤਲਬ ਮੈਂ ਉਚਾਰਾਂ, ਚਵਾ ਨਹੀਂ ਬੋਲਣਾ, ਚਵਾਂ ਉਚਾਰਾਂ। ਹਰ ਗੁਣ ਗਾਵਾਂ, ਮੈਂ ਹਮੇਸ਼ਾ ਹਰੀ ਦੇ ਗੁਣ ਗਾਵਾਂ, ਹਰੀ ਦੇ ਗੁਣ ਨਿਤ ਉਚਾਰਨ ਕਰਾਂ, ਔਰ ਗੁਰੂ ਦੀ ਮੱਤ ਲੈ ਕੇ ਮੈਂ ਹਰੀ ਦੇ ਪ੍ਰੇਮ ਨੂੰ ਸਦਾ ਮਾਣਾ। ਯਾਨੀ ਰੱਬੀ ਗੁਣ ਗਾਵਾਂ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂ, ਔਰ ਮੈਂ ਰੱਬੀ ਪ੍ਰੇਮ ਨੂੰ ਮਾਣਾ। ਹੁਣ ਦੇਖੋ, ਰੱਬੀ ਪ੍ਰੇਮ ਨੂੰ ਅਸੀਂ ਕਿਵੇਂ ਮਾਣ ਸਕਦੇ ਹਾਂ, ਜਾਂ ਗੁਣਾਂ ਨੂੰ ਮਾਣ ਕਿਵੇਂ ਸਕਦੇ ਹਾਂ। ਗੁਣਾਂ ਨੂੰ ਮਾਨਣ ਦਾ ਮਤਲਬ ਹੈ ਕਿ ਜੋ ਗੁਣਾਂ ਵਾਲੀ ਜ਼ਿੰਦਗੀ ਜੀਣ ਦੇ ਨਾਲ ਸੁੱਖ ਮਿਲੇਗਾ, ਉਹਨੂੰ ਕਹਿੰਦੇ ਨੇ ਗੁਣਾਂ ਨੂੰ ਮੰਨਣਾ। ਹੁਣ ਸੱਚ ਬੋਲ ਕੇ ਜਿਹੜਾ ਆਨੰਦ ਮਿਲਣਾ ਹੈ, ਖੁਸ਼ੀ ਮਿਲਣੀ ਹੈ, ਉਹ ਤਾਂ ਸੱਚ ਬੋਲਿਆ ਹੀ ਮਿਲੇਗਾ ਨਾ, ਸੱਚ ਬੋਲਣ ਤੋਂ ਬਿਨਾਂ ਨਹੀਂ। ਮੇਰਾ ਔਰ ਤੁਹਾਡਾ ਵਤੀਰਾ ਪਿਆਰ ਵਾਲਾ ਹੋਵੇ, ਤਾਂ ਪਿਆਰ ਵਾਲਾ ਵਤੀਰਾ ਕਰਨ ਦੇ ਨਾਲ ਜਿਹੜਾ ਸੁੱਖ ਮਿਲੇਗਾ, ਉਹ ਤਾਂ ਪ੍ਰੇਮ ਵਾਲਾ ਵਤੀਰਾ ਕਰਨ ਨਾਲ ਹੀ ਮਿਲ ਸਕਦਾ ਨਾ, ਉਹਨੂੰ ਈਰਖਾ ਨਾਲ ਤੇ ਨਹੀਂ ਮਾਣਿਆ ਜਾ ਸਕਦਾ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਹਰੀ ਦੇ ਗੁਣ ਗਾਏਗਾ, ਹਰੀ ਦੇ ਗੁਣਾਂ ਦਾ ਧਾਰਨੀ ਹੋਵੇਗਾ, ਉਹ ਉਹਨਾਂ ਗੁਣਾਂ ਦੇ ਆਨੰਦ ਨੂੰ, ਸੁੱਖ ਨੂੰ ਮਾਣ ਸਕੇਗਾ। ਹਰ ਜਪ ਜਪ ਔਖਦ ਖਾਧਿਆ, ਸਭ ਰੋਗ ਗਵਾਤੇ ਦੁੱਖਾਂ ਘਾਣ। ਦੁੱਖਾਂ ਘਾਣ ਦਾ ਮਤਲਬ ਦੁੱਖਾਂ ਦੀ ਕਹਾਣੀ, ਜਿੰਨੇ ਵੀ ਦੁੱਖ ਨੇ ਨਾ, ਬਹੁਤ ਸਾਰੇ। ਔਖਦ ਦਾ ਮਤਲਬ ਦਵਾਈ। ਖਾਧਿਆਂ, ਖਾਧਿਆਂ ਦਾ ਮਤਲਬ ਖਾਣ ਨਾਲ। ਹਰ ਜਪ ਜਪ ਔਖਦ ਖਾਧਿਆਂ। ਹਰ ਜਪ ਜਪ ਦਾ ਮਤਲਬ, ਜਪ ਦਾ ਮਤਲਬ ਜਾਣਨਾ, ਸਾਂਝ ਪਾਣੀ। ਔਖਦ ਖਾਧਿਆਂ ਦਾ ਮਤਲਬ ਦਵਾਈ ਖਾਇਆ, ਜੋ ਹਰੀ ਦੇ ਨਾਲ ਸਾਂਝ ਪਾਣੀ। ਹਰੀ ਦੇ ਜੋ ਗੁਣ ਗਾਣੇ ਨੇ, ਇੱਕ ਦਵਾਈ ਹੈ। ਇਸ ਦਵਾਈ ਨੂੰ ਖਾਣ ਦੇ ਨਾਲ ਸਭ ਰੋਗ ਗਵਾਤੇ ਦੁੱਖਾਂ ਘਾਣ। ਜਿੰਨੇ ਵੀ ਰੋਗ ਨੇ, ਉਹ ਸਾਰੇ ਹੀ ਗਵਾਚ ਜਾਂਦੇ ਨੇ। ਕਿ ਰੋਗ ਕਿਹੜੇ ਨੇ? ਰੋਗਾਂ ਦਾ ਘਾਣ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਚੋਰੀਆਂ, ਯਾਰੀਆਂ, ਬੇਈਮਾਨੀਆਂ, ਠੱਗੀਆਂ, ਪਹਿਨਾਮੀਆਂ, ਪਾਪ, ਅਪਰਾਧ, ਮੇਰ, ਤੇਰ, ਭਰੂਣ ਹੱਤਿਆ, ਜਾਤੀਵਾਦ, ਲੜਾਈ, ਦੰਗੇ, ਫਸਾਦ। ਕਿੰਨੇ ਰੋਗ ਚੰਬੜੇ ਨਾ ਬੰਦੇ ਦੀ ਸੋਚ ਨੂੰ। ਇਹ ਸਾਰੇ ਰੋਗ ਗਵਾਚ ਜਾਂਦੇ ਨੇ। ਕਦੋਂ? ਜਦੋਂ ਅਸੀਂ ਰੱਬੀ ਗੁਣਾਂ ਦੀ ਦਵਾਈ ਖਾਂਦੇ ਹਾਂ। ਰੱਬੀ ਗੁਣਾਂ ਦੀ ਦਵਾਈ ਖਾਣ ਦਾ ਮਤਲਬ ਮਨ, ਬਚਨ ਔਰ ਕਰਮ ਕਰਕੇ ਜਦੋਂ ਕੋਈ ਗੁਣਾਂ ਦਾ ਧਾਰਨੀ ਹੁੰਦਾ ਹੈ, ਉਦੋਂ ਇਹ ਸਾਰੇ ਰੋਗ ਗਵਾਚ ਜਾਂਦੇ ਨੇ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਸੇ ਹਰ ਜਨ ਪੂਰੇ ਸਹੀ ਜਾਣ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਹਰੀ ਜਨਾਂ ਨੂੰ ਸੱਚਮੁੱਚ ਰੱਬੀ ਗੁਣ ਨਹੀਂ ਭੁੱਲਦੇ, ਰੱਬ ਕਦੇ ਵੀ ਨਹੀਂ ਭੁੱਲਦਾ, ਸਵਾਸ ਲੈਂਦਿਆਂ ਵੀ, ਖਾਂਦਿਆਂ ਵੀ।
ਸੇ ਹਰ ਜਨ ਪੂਰੇ ਸਹੀ ਜਾਣ। ਸਹੀ ਦਾ ਮਤਲਬ ਸੱਚਮੁੱਚ। ਉਹਨਾਂ ਹਰੀ ਜਨਾਂ ਨੂੰ ਸੱਚਮੁੱਚ ਪੂਰੇ ਸਮਝੋ, ਜਿਨ੍ਹਾਂ ਨੂੰ ਸਾਹ ਲੈਂਦਿਆਂ ਵੀ ਔਰ ਖਾਂਦਿਆਂ ਵੀ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਨੂੰ ਰੱਬੀ ਗੁਣ ਨਹੀਂ ਭੁੱਲਦੇ, ਜਿਨ੍ਹਾਂ ਨੇ ਹਮੇਸ਼ਾ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਇਆ ਹੋਇਆ ਹੈ, ਉਹਨਾਂ ਨੂੰ ਤੁਸੀਂ ਸੱਚਮੁੱਚ ਰੱਬ ਦੇ ਪਿਆਰੇ ਸਮਝੋ। ਜੋ ਗੁਰਮੁਖ ਹਰ ਆਰਾਧ ਦੇ, ਤਿੰਨ ਚੂਕੀ ਜਮ ਕੀ ਜਗਤ ਕਾਣ। ਕਾਣ ਦਾ ਮਤਲਬ ਮੁਥਾਜੀ, ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ, ਆਰਾਧਦੇ ਦਾ ਮਤਲਬ ਜੋ ਯਾਦ ਰੱਖਦੇ ਨੇ, ਜਮ ਦਾ ਮਤਲਬ ਆਤਮਿਕ ਮੌਤ, ਕਾਣ ਦਾ ਮਤਲਬ ਮੁਥਾਜੀ। ਜੋ ਮਨੁੱਖ ਸਤਿਗੁਰ ਦੇ ਸਨਮੁਖ ਹੋ ਕੇ ਰੱਬੀ ਗੁਣਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ, ਉਹਨਾਂ ਲਈ ਜਮ ਦੀ ਔਰ ਜਗਤ ਦੀ ਮੁਥਾਜੀ ਮੁੱਕ ਜਾਂਦੀ ਹੈ। ਨਾ ਉਹਨਾਂ ਨੂੰ ਆਤਮਿਕ ਮੌਤ ਦੀ ਮੁਥਾਜੀ, ਉਹ ਆਤਮਿਕ ਮੌਤ ਤੇ ਵੀ ਨਹੀਂ ਮਰਦੇ, ਔਰ ਉਹਨਾਂ ਨੂੰ ਲੋਕਾਚਾਰੀ ਦੀ ਪਰਵਾਹ ਵੀ ਨਹੀਂ ਹੁੰਦੀ ਵੀ ਲੋਕ ਕੀ ਕਹਿਣਗੇ। ਅਸੀਂ ਬਹੁਤੇ ਗਲਤ ਕੰਮ ਇਸ ਕਰਕੇ ਕਰ ਰਹੇ ਹਾਂ ਵੀ ਲੋਕ ਕੀ ਕਹਿਣਗੇ। ਸਾਨੂੰ ਪਤਾ ਹੁੰਦਾ ਹੈ ਕਿ ਵਿਆਹ ਦੇ ਵਿੱਚ ਇਹ ਕੰਮ ਨਹੀਂ ਕਰਨੇ, ਫਿਰ ਅਸੀਂ ਕਹਿੰਦੇ ਹਾਂ ਜੀ ਪਤਾ ਤੇ ਹੈ ਪਰ ਲੋਕਾਚਾਰੀ ਹੈ, ਨਾਨਕੇ ਦਾਦਕੇ ਰਿਸ਼ਤੇਦਾਰ ਰਾਜ ਹੋ ਜਾਣਗੇ, ਲੋਕ ਕੀ ਕਹਿਣਗੇ। ਯਾਰ ਉਹਨਾਂ ਨੇ ਅੱਜ ਦੇ ਯੁੱਗ ਵਿੱਚ ਵੀ ਟੈਂਟ ਦੇ ਵਿੱਚ ਹੀ ਰੋਟੀ ਖਵਾਤੀ, ਵੱਡਾ ਹਾਲ ਬੁੱਕ ਨਹੀਂ ਕੀਤਾ, ਲੋਕ ਕੀ ਕਹਿਣਗੇ। ਲੋਕਾਚਾਰੀ, ਤੀਰਥਾਂ ਤੇ ਨਾ ਗਏ, ਲੋਕ ਕੀ ਕਹਿਣਗੇ। ਵਰਤ ਨਾ ਰੱਖੇ, ਲੋਕ ਕੀ ਕਹਿਣਗੇ। ਜੋਤ ਨਾ ਜਗਾਈ, ਲੋਕ ਕੀ ਕਹਿਣਗੇ। ਉਹਨਾਂ ਨੂੰ ਫਿਰ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਰਹਿੰਦੀ, ਨਾ ਉਹਨਾਂ ਨੂੰ ਆਤਮਿਕ ਮੌਤ ਆਉਂਦੀ ਹੈ, ਉਹ ਆਤਮਿਕ ਜ਼ਿੰਦਗੀ ਜੀਂਦੇ ਨੇ। ਲੋਕਾਚਾਰੀ ਤੋਂ, ਮਾਨ ਅਪਮਾਨ ਤੋਂ ਉਹ ਉੱਚੇ ਉੱਠ ਜਾਂਦੇ ਨੇ। ਕੌਣ? ਜਿਹੜੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਨੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ, ਆਨੰਦ ਖੇੜਾ ਔਰ ਪ੍ਰਸੰਨਤਾ ਆਵੇ, ਤਾਂ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਆਪ ਵਿਚਾਰਨੀ ਚਾਹੀਦੀ ਹੈ, ਔਰ ਪਾਵਨ ਬਾਣੀ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ, ਤੇ ਜੇ ਕਿਸੇ ਵੀਰ ਨੇ ਆਪਣਾ ਕੋਈ ਕਮੈਂਟ ਦੇਣਾ ਹੈ ਤਾਂ ਆਪਣਾ ਕਮੈਂਟ ਦੇ ਸਕਦਾ ਹੈ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।